कंटिन्यू करते हैं जी। अगला प्रश्न है द गवर्नमेंट ऑफ इंडिया एक्ट ऑफ 1919 1919 वाला एक्ट, मॉन्टागो कैल्मफोर्ड रिफॉर्म वाला एक्ट क्लियरली डिफाइंड की कीता जी इन सैपरेशन ऑफ पावर बिटवीन द जुडिशरी एंड लैजिस्लेचर। पता नहीं ये तो वैसे ना ही नहीं है। द जुरिस्डिक्शन ऑफ द सेंट्रल एंड प्रोविंशियल गवर्नमेंट, ये गल है जी 1919 वाला एक्ट डायरकी लैके आया सी पावर सेंटर ते प्रोविंशियल गवर्नमेंट ते विच पावर डिवाइड कर दी गई सी, इन्हां दी अपनी जुरिस्डिक्शन तय की गई सी। ये आंसर हो सकता जी, ये चांस है। द पावर्स ऑफ द सैक्रटरी ऑफ स्टेट फॉर इंडिया एंड द वाइसराय, ये बारे गल की सी ना, इदा की कोई गल नहीं, कोई ना नन ऑफ द अबव आया जी, बी आंसर है जी। डायरकी लैके आए सी सैंट्रल लैवल ते ते स्टेट लैवल ते, स्टेट नूं उस वेले की कहंदे सी प्रोविंसेस, पावर डिवाइड की गई सी। किहड़ी पावर? कानून बनाउण दी पावर, सबजैक्ट्स डिवाइड कर दिते सी। सत्यशोधक समाज ऑर्गेनाइज्ड की सी जी सत्यशोधक समाज, ये सी जी एंटी कास्ट मूवमेंट इन महाराष्ट्र। कौन लैके आया सी? ज्योतिराव फूले, ज्योतिबा फूले भी कहते हैं। तो बहुत तगड़े समाज सुधारक होए जी, माली कास्ट दे। इन्हां ने दलितां लई, औरतां लई, इन्हां लई काफ़ी काम किया, पिछड़े वर्ग नूं उत्ते चक्कण लई काफ़ी काम किया। सत्यशोधक समाज 24 सितंबर 1873 नूं ज्योति राय फूले द्वारा स्थापित एक समाज सी। ਇਹ ਇੱਕ ਸਮੂਹ ਵਜੋਂ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮੁੱਖ ਉਦੇਸ਼ ਸਮਾਜਿਕ ਸੁਧਾਰ ਅਤੇ ਅਛੂਤ ਜਾਤੀਆਂ ਨੂੰ, ਸਿੱਧਾ ਕਹੀਏ ਸਮਾਜਿਕ ਤੌਰ ਤੇ ਸ਼ੂਦਰ ਅਤੇ ਅਛੂਤ ਜਾਤੀਆਂ ਨੂੰ ਸ਼ੋਸ਼ਣ ਅਤੇ ਦਾਅਵੇ ਤੋਂ ਮੁਕਤ ਕਰਨਾ ਸੀ। ਠੀਕ। ਮੌਨਟਾਗੋ ਕੈਲਮਫੋਰਡ ਪ੍ਰਪੋਜ਼ਲਸ ਵਰ ਰਿਲੇਟਡ ਟੂ, ਇਹ ਕਿਸ ਨਾਲ ਸੰਬੰਧਿਤ ਸੀ? ਸਮਾਜਿਕ ਰਿਫਾਰਮਸ ਨਾਲ, ਹਨਾ, ਐਜੂਕੇਸ਼ਨਲ ਰਿਫਾਰਮਸ ਨਾਲ, ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਜਾਂ ਕੌਨਸਟੀਟਿਊਸ਼ਨਲ ਰਿਫਾਰਮਸ ਨਾਲ। ਮੌਨਟਾਗੋ ਕੈਲਮਫੋਰਡ ਪ੍ਰਪੋਜ਼ਲ ਆਏ ਸੀ ਜੀ 1918 ਦੇ ਕਰੀਬ ਦੀ ਗੱਲ ਹੈ ਇਹ। ਫਿਰ 1919 ਵਾਲਾ ਐਕਟ ਬਣਿਆ ਸੀ, ਇਹ ਕੌਨਸਟੀਟਿਊਸ਼ਨਲ ਰਿਫਾਰਮਸ ਆ ਜੀ। ਐਕਟ ਬਣਿਆ ਸੀ ਮਤਲਬ ਕੌਨਸਟੀਟਿਊਸ਼ਨਲ ਰਿਫਾਰਮਸ। ਮੌਨਟਾਗੋ ਕੈਲਮਫੋਰਡ ਸੁਧਾਰ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਵਿੱਚ ਹੌਲੀ ਹੌਲੀ ਸਵੈ ਸ਼ਾਸਨ ਸੰਸਥਾਵਾਂ ਨੂੰ ਪੇਸ਼ ਕਰਨ ਲਈ ਪੇਸ਼ ਕੀਤੇ ਗਏ ਸੁਧਾਰ ਸਨ। ਹੋਇਆ ਕੀ ਸੀ ਨਾ ਕਿ 1917 ਵਿੱਚ ਬ੍ਰਿਟਿਸ਼ ਸਰਕਾਰ ਨੇ ਕਹਿ ਤਾ ਕਿ ਸਾਡਾ ਮੇਨ ਏਮ ਕੀ ਆ ਕਿ ਹੌਲੀ ਹੌਲੀ ਭਾਰਤ ਵਿੱਚ ਰਿਸਪੋਂਸੀਬਲ ਗਵਰਨਮੈਂਟ ਲੈ ਕੇ ਆਣੀ, ਤੇ ਉਸ ਦੇ ਮੱਦੇ ਨਜ਼ਰ ਹੀ ਨਾ ਆ ਪਹਿਲੇ ਸੁਧਾਰ ਸੀ। ਬਾਕੀ ਤੁਹਾਨੂੰ ਪਤਾ ਕਿ ਵਰਲਡ ਵਾਰ ਵੀ ਖਤਮ ਹੋਈ ਸੀ, ਉਸ ਦੌਰਾਨ ਵੀ ਜੋ ਕੁਛ ਹੋਇਆ ਉਹਦੇ ਮੱਦੇ ਨਜ਼ਰ ਵੀ ਸੁਧਾਰ ਲੈ ਕੇ ਆਏ ਸੀ ਜੀ। ਬਾਕੀ ਨੌਨ ਕੋਆਪਰੇਸ਼ਨ ਮੂਵਮੈਂਟ ਵੀ ਚੱਲੀ ਸੀ, ਕਈ ਗੱਲਾਂ ਸੀਗੀਆਂ। ਤੇ ਸੁਧਾਰਾਂ ਦੀ ਰੂਪ ਰੇਖਾ 1918 ਵਿੱਚ ਤਿਆਰ ਕੀਤੀ ਮੌਨਟੈਗੋ ਚੈਲਮਫੋਰਡ ਰਿਪੋਰਟ ਵਿੱਚ ਦਿੱਤੀ ਗਈ ਸੀ ਅਤੇ ਭਾਰਤ ਸਰਕਾਰ ਐਕਟ 1919 ਦਾ ਆਧਾਰ ਬਣਾਇਆ ਗਿਆ ਸੀ। ਗਵਰਨਮੈਂਟ ਆਫ ਇੰਡੀਆ ਐਕਟ 1919 ਦਾ ਆਧਾਰ ਬਣਿਆ ਸੀ ਜੀ ਇਹ ਰਿਪੋਰਟ। ਉਹ ਸੰਵਿਧਾਨਕ ਸੁਧਾਰਾਂ ਨਾਲ ਸੰਬੰਧਿਤ ਸਨ। ਠੀਕ ਹੈ ਜੀ। ਕੰਸੀਡਰ ਦ ਫੋਲੋਇੰਗ। ਕਲਕੱਤਾ ਯੂਨੀਟੇਰੀਅਨ ਕਮੇਟੀ, ਟੇਬਰਨੈਕਲ ਆਫ ਨਿਊ डिस्पेंसेशन, इंडियन रिफॉर्म एसोसीएशन। प्रश्न पूछा गया आ कि आ तीन दसे गए जी ग्रुप संगठन दसे गए आ। केशव चंद्र सेन इज एसोसिएटेड विद द एस्टैब्लिशमेंट ऑफ विच ऑफ द फॉलोइंग। केशव चंद्र सेन किन्ना नाल संबंधित सी? इन्हां तिन्नां विचों। ये थोड़ा फैक्चुअल प्रश्न हो गया जी, आंदा यार कर दो नहीं तो छड्ड दो। आ दूजी ते तीजी नाल संबंधित सी जी, बी आंसर है जी। 1881 ਵਿੱਚ ਕੇਸ਼ਵ ਚੰਦਰ ਸੇਨ ਨੇ ਬ੍ਰਹਮ ਸਮਾਜ ਦੇ ਨਾਲ ਮਤਭੇਦ ਹੋਣ ਤੋਂ ਬਾਅਦ ਨਵ ਵਿਧਾਨ ਮਤਲਬ ਨਵੀਂ ਵਿਵਸਥਾ ਭਾਵ ਨਵੇਂ ਸਰਬ ਵਿਆਪਕ ਧਰਮ ਦੀ ਸਥਾਪਨਾ ਕੀਤੀ ਸੀ। ਉਹ ਬ੍ਰਹਮ ਵਿਆਹ ਨੂੰ ਕਾਨੂੰਨੀ ਬਣਾਉਣ, ਜੋ ਇਹਨਾਂ ਦੇ ਆਰਗੇਨਾਈਜੇਸ਼ਨ ਦੁਆਰਾ ਵਿਆਹ ਕਰਵਾਇਆ ਜਾਂਦਾ ਸੀ ਉਹਨੂੰ ਲੀਗਲ ਰੈਗੂਲੇਸ਼ਨ ਦਿਵਾਉਣ ਲਈ ਅਤੇ ਵਿਆਹ ਦੀ ਘੱਟੋ ਘੱਟ ਉਮਰ ਤੈਅ ਕਰਨ ਲਈ ਭਾਰਤੀ ਸੁਧਾਰ ਸੰਘ ਦਾ ਵੀ ਹਿੱਸਾ ਸੀ। ਠੀਕ ਹੈ ਨਾ, ਵੀ ਇੰਨੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਕਰਨਾ। ਕਲਕੱਤਾ ਯੂਨੀਟੇਰੀਅਨ ਕਮੇਟੀ ਰਾਜਾ ਰਾਮ ਮੋਹਨ ਰਾਏ, ਦਵਾਰਕਾ ਨਾਥ ਟੈਗੋਰ ਅਤੇ ਵਿਲੀਅਮ ਐਡਮ ਦੁਆਰਾ ਬਣਾਈ ਗਈ ਸੀ। ਇਹਦੇ ਨਾਲ ਕੇਸ਼ਵ ਚੰਦਰ ਸੇਨ ਦਾ ਕੋਈ ਇੰਨਾ ਐਸੋਸੀਏਸ਼ਨ ਨਹੀਂ ਸੀ। ਠੀਕ ਹੈ ਜੀ।
What was the main reason for the split in the Indian National Congress at Surat in 1907? 1905 ਵਿੱਚ ਜਦੋਂ ਬੰਗਾਲ ਦਾ ਵਿਭਾਜਨ ਹੋਇਆ ਸੀ ਨਾ ਤੇ ਉਹਦੇ ਖਿਲਾਫ ਪੂਰੇ ਇੱਕ ਕਾਫੀ ਵੱਡੀ ਮੁਹਿੰਮ ਚੱਲੀ ਸੀ ਤੇ ਉਹ ਫਿਰ ਨਾ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਸੀ ਉਹਦੇ ਵਿੱਚ ਗਰਮ ਦਲ ਇਹ ਕਹਿੰਦੇ ਸੀਗੇ ਕਿ ਇਹ ਮੂਵਮੈਂਟ ਨੂੰ ਤੁਸੀਂ ਬੰਗਾਲ ਤੋਂ ਇਲਾਵਾ ਬਾਕੀ ਭਾਰਤ ਵਿੱਚ ਵੀ ਲੈ ਜਾਓ। ਭਾਰਤ ਦਾ ਮਾਹੌਲ ਬਹੁਤ ਗਰਮ ਆ ਤੇ ਆਪਾਂ ਅੰਗਰੇਜ਼ਾਂ ਨੂੰ ਹੁਣੀ ਹਰਾ ਦੇਣਾ ਆ ਤੇ ਤੁਸੀਂ ਮੂਵਮੈਂਟ ਨੂੰ ਫੈਲਾ ਦਿਓ। ਪਰ ਜਿਹੜੇ ਨਰਮ ਦਲ ਸੀ ਨਾ ਮੋਡਰੇਟ ਸੀ ਉਹ ਕਹਿੰਦੇ ਨਹੀਂ ਹਾਲੇ ਇਹ ਸਿਚੁਏਸ਼ਨ ਨਹੀਂ ਆਈ, ਹਾਲੇ ਅਸੀਂ ਇੰਨੇ ਤਿਆਰ ਨਹੀਂ ਆ। ਇਸ ਗੱਲ ਕਰਕੇ ਗਰਮ ਦਲ ਤੇ ਨਰਮ ਦਲ ਹਨਾ ਐਕਸਟ੍ਰੀਮਿਸਟ ਤੇ ਮੋਡਰੇਟ ਉਹਨਾਂ ਵਿਚਕਾਰ ਕੀ ਆ ਮਤਭੇਦ ਪੈਦਾ ਹੋ ਗਏ ਸੀ। ਫਿਰ 1907 ਵਿੱਚ ਜਦੋਂ ਇਹਨਾਂ ਦੀ ਸੂਰਤ ਵਿੱਚ ਬੈਠਕ ਹੋਈ ਸੀ ਨਾ ਉੱਥੇ ਫਿਰ ਇਹ ਟੁੱਟ ਗਿਆ ਸੀ ਜੀ, ਇੰਡੀਅਨ ਨੈਸ਼ਨਲ ਕਾਂਗਰਸ ਟੁੱਟ ਗਈ ਸੀ। ਠੀਕ ਹੈ ਨਾ ਤੇ ਆਨਸਰ ਹੈ ਜੀ ਬੀ। ਜਿਹੜੇ ਗਰਮ ਦਲ ਸੀ ਉਹਨਾਂ ਨੂੰ ਜਿਹੜੇ ਨਰਮ ਦਲ ਮੋਡਰੇਟਸ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ। ਉਹ ਕਹਿੰਦੇ ਵੀ ਤੁਹਾਡੇ 'ਚ ਨਹੀਂ ਹੈਗੀ ਤਾਕਤ ਕਿ ਤੁਸੀਂ ਅੰਗਰੇਜ਼ਾਂ ਨੂੰ ਹਰਾ ਪਾਓਗੇ। Extremist lack of faith in the capacity of the moderates to negotiate with the British government ਵੀ ਤੁਹਾਡੇ ਕੋਲ ਇੰਨੀ ਪਾਵਰ ਨਹੀਂ ਕਿ ਤੁਸੀਂ ਬ੍ਰਿਟਿਸ਼ ਗਵਰਨਮੈਂਟ ਨਾਲ ਨੈਗੋਸ਼ੀਏਟ ਕਰ ਪਾਓ, ਤੁਸੀਂ ਸਾਡੇ ਰਾਹ 'ਚ ਰੋੜ ਆਇਆ ਇਸ ਕਰਕੇ ਸਾਨੂੰ ਸਾਡਾ ਕੰਮ ਕਰਨ ਦਿਓ ਤੇ ਅਸੀਂ ਅਲੱਗ ਹੁੰਦੇ ਹਾਂ। ਆਹ ਗੱਲ ਸੀ ਜੀ, ਗਰਮ ਦਲ ਤੇ ਨਰਮ ਦਲ ਵਿੱਚ ਗੜਬੜ ਹੋ ਗਈ ਸੀ ਇਸ ਕਰਕੇ 1907 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਟੁੱਟ ਗਈ ਸੀ। The plan of Sir Stafford Cripps envisaged that after the Second World War ਦੇਖੋ ਜਦੋਂ ਦੂਸਰੀ ਵਰਲਡ ਵਾਰ ਲੱਗੀ ਸੀ ਉਸ ਵੇਲੇ ਅੰਗਰੇਜ਼ਾਂ ਵੱਲੋਂ ਭਾਰਤੀਆਂ ਦਾ ਸਹਿਯੋਗ ਲੈਣ ਲਈ ਕਮਿਸ਼ਨ ਭੇਜੇ ਗਏ ਹੈ ਕਦੀ ਅਗਸਤ ਆਫਰ ਆਇਆ, ਕਦੀ ਕ੍ਰਿਪਸ ਮਿਸ਼ਨ ਆਇਆ, ਕਦੀ ਬੇਬਲ ਪਲਾਨ ਆਇਆ ਹੈ ਤੇ ਕਦੀ ਕੈਬਨਿਟ ਮਿਸ਼ਨ ਪਲਾਨ ਆਇਆ। ਇਸ ਤਰ੍ਹਾਂ ਹੁਣ ਉਹਨਾਂ ਵਿੱਚੋਂ ਇੱਕ ਸੀ ਜੀ ਸਰ ਸਟੈਫਰਡ ਕ੍ਰਿਪਸ ਇਹਦੇ ਨੇਤਰਤਵ ਵਿੱਚ ਪਲਾਨ ਆਇਆ ਸੀ ਤੇ ਉਹਨੇ ਕੀ ਆਫਰ ਕੀਤਾ ਸੀ ਜੀ। ਉਹਨੇ ਇਹ ਕਿਹਾ ਕਿ ਇੰਡੀਆ ਨੂੰ ਕੰਪਲੀਟ ਇੰਡੀਪੈਂਡੈਂਸ ਦੇ ਦਾਂਗੇ। ਨਹੀਂ, ਕੰਪਲੀਟ ਇੰਡੀਪੈਂਡੈਂਸ ਦੀ ਗੱਲ ਨਹੀਂ ਕਿਸੇ ਇਹਨਾਂ ਨੇ ਕਮਿਸ਼ਨਾਂ ਨੇ ਬਹੁਤੀ ਕਹੀ ਸੀ। ਇੰਡੀਆ ਸ਼ੁੱਡ ਬੀ ਪਾਰਟੀਸ਼ਨਡ ਇਨਟੂ 2 ਬਿਫੋਰ ਗ੍ਰਾਂਟਿੰਗ ਇੰਡੀਪੈਂਡੈਂਸ ਆਜ਼ਾਦੀ ਦੇਣ ਤੋਂ ਪਹਿਲਾਂ ਭਾਰਤ ਦਾ ਬਟਵਾਰਾ ਕਰ ਦਿੱਤਾ ਜਾਵੇਗਾ। ਦੇਖੋ ਬਟਵਾਰੇ ਦੀ ਅਸੈਪਟੈਂਸ ਜਨਰਲੀ ਕਿਸੇ ਇਹਨਾਂ ਕਮਿਸ਼ਨਾਂ ਨੇ ਨਹੀਂ ਕੀਤੀ। ਬਟਵਾਰੇ ਦੀ ਗੱਲ ਬਾਅਦ ਵਿੱਚ ਅਖੀਰ ਵਾਲੇ ਕਮਿਸ਼ਨ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਹੋਰ ਹੈ ਨਾ ਬਾਅਦ ਵਿੱਚ ਆਈਆਂ ਗੱਲਾਂ, ਪਹਿਲਾਂ ਨਹੀਂ ਸੀ। ਪਾਰਟੀਸ਼ਨ ਨੂੰ ਅਸੈਪਟ ਨਹੀਂ ਕੀਤਾ ਸੀ ਤੇ ਦੂਸਰੀ ਗੱਲ ਇੰਡੀਪੈਂਡੈਂਸ ਨੂੰ ਤਾਂ ਅਸੈਪਟ ਕੀਤਾ ਹੀ ਨਹੀਂ ਸੀ ਵੀ ਤੁਹਾਨੂੰ ਫੁੱਲੀ ਇੰਡੀਪੈਂਡੈਂਸ ਦੇ ਦਾਂਗੇ। ਅੱਛਾ ਜੀ, ਹਾਂ ਦੇਵਾਂਗੇ ਹੌਲੀ ਹੌਲੀ, ਪਹਿਲਾਂ ਤੁਹਾਨੂੰ ਡੋਮੀਨੀਅਨ ਸਟੇਟਸ ਦੇਵਾਂਗੇ। ਡੋਮੀਨੀਅਨ ਸਟੇਟਸ ਹੁੰਦਾ ਆ ਕਿ ਤੁਸੀਂ ਓਵਰਆਲ ਤਾਂ ਸਾਡੇ ਕੰਟਰੋਲ 'ਚ ਰਹੋਗੇ, ਤੁਹਾਨੂੰ ਕੰਪਲੀਟ ਇੰਡੀਪੈਂਡੈਂਸ ਨਹੀਂ ਦੇਣੀ ਪਰ ਫਿਰ ਵੀ ਤੁਹਾਨੂੰ ਕਾਫੀ ਜ਼ਿਆਦਾ ਇੰਡੀਪੈਂਡੈਂਸ ਤੁਹਾਨੂੰ ਕਾਫੀ ਜ਼ਿਆਦਾ ਅਧਿਕਾਰ ਦੇ ਦੇਣੇ ਆ, ਤੁਸੀਂ ਉਹਨਾਂ ਦੇ ਤਹਿਤ ਆਪਣਾ ਰਾਜ ਕਰ ਸਕੋਗੇ ਪਰ ਓਵਰਆਲ ਤੁਹਾਡੇ ਉੱਤੇ ਕਿਹਦਾ ਹੋਊਗਾ ਜੀ, ਸਾਡਾ ਕੰਟਰੋਲ। ਇੰਡੀਆ ਸ਼ੁੱਡ ਬੀ ਮੇਡ ਏ ਰਿਪਬਲਿਕ ਵਿਦ ਦ ਕੰਡੀਸ਼ਨ ਡੈਟ ਸ਼ੀ ਵਿਲ ਜੁਆਇਨ ਦ ਕਾਮਨਵੈਲਥ। ਰਿਪਬਲਿਕ ਬਣਾ ਦਿੱਤਾ ਜਾਵੇਗਾ, ਇਹ ਵੀ ਕੋਈ ਗੱਲ ਨਹੀਂ ਸੀ। ਆਹੀ ਗੱਲ ਆ ਜੀ, ਇੰਡੀਆ ਸ਼ੁੱਡ ਬੀ ਗਿਵਨ ਡੋਮੀਨੀਅਨ ਸਟੇਟਸ। ਸਰ ਸਟੈਫਰਡ ਕ੍ਰਿਪਸ ਦੀ ਯੋਜਨਾ ਦਾ ਮੁੱਖ ਪ੍ਰਸਤਾਵ ਇਹ ਸੀ ਕਿ ਇੱਕ ਡੋਮੀਨੀਅਨ ਸਟੇਟਸ ਵਾਲਾ ਇੱਕ ਭਾਰਤੀ ਯੂਨੀਅਨ ਸਥਾਪਿਤ ਕੀਤਾ ਜਾਵੇਗਾ। ਡੋਮੀਨੀਅਨ ਸਟੇਟਸ ਇਹ ਰਾਸ਼ਟਰਮੰਡਲ ਨਾਲ ਆਪਣੇ ਸਬੰਧਾਂ ਦਾ ਫੈਸਲਾ ਕਰਨ ਲਈ ਸੁਤੰਤਰ ਹੋਵੇਗਾ। ਕਾਮਨਵੈਲਥ ਨਾਲ ਇਹ ਆਪਣੇ ਸੰਬੰਧ ਰੱਖ ਵੀ ਸਕਦਾ ਆ, ਨਹੀਂ ਵੀ ਰੱਖ ਸਕਦਾ, ਇਹਦਾ ਆਪਣਾ ਹੋਏਗਾ ਡਿਸੀਜਨ। ਅਤੇ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਹਿੱਸਾ ਲੈਣ ਲਈ ਵੀ ਇਹ ਸੁਤੰਤਰ ਹੋਵੇਗਾ। ਭਾਰਤ ਦੀ ਆਪਣੀ ਮਰਜ਼ੀ ਆ ਕਿ ਉਹ ਯੂਨਾਈਟਿਡ ਨੇਸ਼ਨ ਦਾ ਪਾਰਟ ਬਣੇ, ਹੋਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਪਾਰਟ ਬਣੇ ਨਾ ਬਣੇ, ਕਾਮਨਵੈਲਥ ਦਾ ਪਾਰਟ ਬਣੇ ਰਾਸ਼ਟਰਮੰਡਲ, ਇਹ ਭਾਰਤ ਦੀ ਆਪਣੀ ਹੋਏਗੀ ਜੀ ਚੁਆਇਸ। ਕ੍ਰਿਪਸ ਨੇ ਵਰਲਡ ਵਾਰ 2 ਤੋਂ ਬਾਅਦ ਭਾਰਤ ਨੂੰ ਡੋਮੀਨੀਅਨ ਸਟੇਟਸ ਦੇਣ ਦਾ ਪ੍ਰਸਤਾਵ ਦਿੱਤਾ ਸੀ। ਠੀਕ ਹੈ ਜੀ। With reference to cultural history of India, consider the following statements। ਆਹ ਸਟੇਟਮੈਂਟ ਦੇਖੋ ਜੀ। Most of the ਤਿਆਗਰਾਜ ਕ੍ਰਿਤਿਸ ਹੁੰਦੀ ਜੀ ਜੋ ਉਹਨਾਂ ਨੇ ਸ਼ਬਦਾਂ ਦੀ ਰਚਨਾ ਕੀਤੀ, ਕ੍ਰਿਤਿਸ ਹਨਾ, are devotional songs in praise of Lord Krishna। ਦੇਖੋ ਆਪਾਂ ਪੜ੍ਹਿਆ TDS, ਇਹ ਕਾਰਨੈਟਿਕ ਮਿਊਜ਼ਿਕ ਦੇ ਹਨਾ ਟ੍ਰਾਈਨਿਟੀ ਸੀ, 3 ਮਹਾਨ ਬੰਦੇ ਸੀ ਜੀ ਕਾਰਨੈਟਿਕ ਮਿਊਜ਼ਿਕ ਦੇ, ਤਿਆਗਰਾਜ,
ਮੁੱਥੂ ਸੁਆਮੀ ਦੀਕਸ਼ਿਤਰ ਤੇ ਸ਼ਿਆਮਾ ਸ਼ਾਸਤਰੀ। ਉਹਨਾਂ ਵਿੱਚੋਂ ਜਿਹੜਾ ਤਿਆਗਰਾਜ ਸੀ, ਕਹਿੰਦੇ ਉਹਨ ਜਿਹੜੇ ਗਾਣੇ ਉਹਨਾਂ ਨੇ ਭਜਨ ਗਾਏ ਉਹ ਜ਼ਿਆਦਾਤਰ ਭਗਵਾਨ ਕ੍ਰਿਸ਼ਨ ਦੀ ਉਸਤਤ ਵਿੱਚ ਗਾਏ। ਠੀਕ, ਹੁਣ ਇਹ ਗੱਲ ਇੰਪੋਰਟੈਂਟ ਆ। ਜਨਰਲੀ ਅਸੀਂ ਪੜ੍ਹਦੇ ਹਾਂ शिव जी की उस्तत, विष्णु जी की उस्तत, कृष्णा की उस्तत, पर त्यागराज के जिहड़े सॉन्ग सी ना वो लॉर्ड राम की उस्तत विच गाए गए सी। लॉर्ड राम इंपॉर्टेंट पॉइंट हो जाता, इस करके पहला वाला पॉइंट गलत हो गया। किन्ना की उस्तत विच? भगवान राम, लॉर्ड कृष्ण नहीं। आपां करैक्ट स्टेटमेंट चकनी आ, पहली चक दो, कांटा मार दो। हुण इन्हां दोवां च कुंडी फस गई। दूजा ते चौथा तो दोवां च कॉमन आ। मेन गल चक्कनी है जी तीजे च। की तीजा सही आ? देखते हैं जी। अन्नामाचार्य एंड त्यागराज आर कंटैंपरेरीज। हुण सानू नहीं पता भी गल कही गई है कि आ एक विद्वान ते आ विद्वान दोनों इक्को ही समय होए आ। देखो जी जनरली जिहड़े ना इस तरह की स्टेटमेंट आ भी दोनों कंटैंपरेरी होए आ, ਇਹ ਇਸ ਤਰ੍ਹਾਂ ਦੀ ਸਟੇਟਮੈਂਟ ਜਨਰਲੀ ਗਲਤ ਹੁੰਦੀ ਆ। ਸਾਨੂੰ ਜਦੋਂ ਟਾਈਮ ਪੀਰੀਅਡ ਨਹੀਂ ਪਤਾ ਹੁੰਦਾ, ਤੁੱਕਾ ਮਾਰਨਾ ਹੋਵੇ ਤਾਂ ਅਸੀਂ ਇਹੀ ਮੰਨ ਕੇ ਚੱਲਾਂਗੇ ਕਿ ਦੋਵਾਂ ਦਾ ਟਾਈਮ ਪੀਰੀਅਡ ਅਲੱਗ-ਅਲੱਗ ਆ। ਤੀਜੀ ਸਟੇਟਮੈਂਟ ਜਦੋਂ ਗਲਤ ਕਰਤੀ, ਆਨਸਰ ਆ ਗਿਆ ਜੀ ਬੀ। ਬਾਕੀ ਵੀ ਸਾਡਾ ਆਪਣਾ ਟ੍ਰੈਡੀਸ਼ਨ ਮੈਥਡ ਆ ਕਿ ਜੇ ਦੋ ਪੁਆਇੰਟ ਫਸ ਗਏ ਤਾਂ ਪਹਿਲੇ ਵਾਲਾ ਚੱਕ ਦੋ। ਆਨਸਰ ਹੈ ਜੀ ਦੂਜਾ ਤੇ ਚੌਥਾ। ਤਿਆਗਰਾਜ ਕ੍ਰੀਏਟਡ ਸੈਵਰਲ ਨਿਊ ਰਾਗ, ਕਈ ਨਵੇਂ ਰਾਗ ਬਣਾਏ, ਸਹੀ ਗੱਲ ਆ ਜੀ। ਅੰਨਾਮਾਚਾਰਿਆ ਕੀਰਤਨ ਆਰ ਡਿਵੋਸ਼ਨਲ ਸੌਂਗਸ इन प्रेज ऑफ लॉर्ड वेंकटेश्वर। हाँ जी जी, उन लॉर्ड वेंकटेश्वर की उस्तत करते हुए अपने गीत रचे। ठीक है जी। अन्नामाचार्य बिलोंग टू द 15th सेंचुरी, 15वीं शताब्दी नूं बिलोंग करता है। सो अन्नामाचार्य एंड त्यागराज, त्यागराज से जी 18वीं शताब्दी, ये दोनों कंटैंपरेरी नहीं है। ठीक, अगला देखो जी द स्टैपल कमोडिटीज। स्टैपल हुंदा जी जिहड़ी बल्क अमाउंट विच यूज हुंदी चीज़। ठीक, ते वैसे स्टैपल फूड की गल करिए, जिहड़ा आपां कहने कि असीं कणक की रोटी खाने आ, चौल खाने आ, दालां खाने आ, ये साडे स्टैपल फूड हो गए। ये असीं ज़्यादा अमाउंट विच खाने आ, आलमोस्ट रोज़ ही खाने आ। स्टैपल कमोडिटीज जिहड़ी छोटी नहीं ज़्यादा अमाउंट में, सिंपल कह दीजिए, तुसीं इन्ना कन्फ्यूज ना करो। कमोडिटीज वो चीज़ां ऑफ एक्सपोर्ट बाय द इंग्लिश ईस्ट इंडिया कंपनी फ्रॉम बंगाल इन द मिडल ऑफ द 18th सेंचुरी। 18वीं शताब्दी के मध्य की गल हो रही है कि इस दौरान इंग्लिश ईस्ट इंडिया कंपनी द्वारा किहड़ियां वस्तुआं बाहर भेजियां जांदियां सन, एक्सपोर्ट कीतियां जांदियां सन, निर्यात कीतियां जांदियां सन। देखते हैं जी। रा कॉटन, गल सही है, साढ़े कोल कॉटन सीगा काफ़ी, असी भेजते होवांगे। ऑयल सीड, ऑयल सीड पता नहीं जी, क्योंकि ऑयल सीड वगैरह तो असी हुण तक भी बाहरों मंगाउने रहे हैं। असी भेजते सी बाहर, असी गल कह नहीं सकते, शक च रखो इनू। पोस्ट ओपीएम, हाँ ओपीएम वगैरह भी असी भेजते सी बाहर। असी पढ़िया ना कि 1813 वाले एक्ट ने ब्रिटिश ईस्ट इंडिया कंपनी की ट्रेड मोनोपोली एंड करती, एक्सैप्ट टी, ओपीएम एंड ट्रेड विद चाइना। ये लाइन असी पढ़ी बार बार, बहुत इंपॉर्टेंट लाइन आ। इसका मतलब ओपीएम भी असी भेजते सी। ठीक है जी, पर इत्थे कुंडी फसी है, छड़ दो। शुगर भेजते होवांगे, साल्ट भेजते होवांगे, लैड ते जिंक का पता नहीं, छड्डो। कॉपर पता नहीं। सिल्वर गोल्ड असी बाहर भेजते सी। सिल्वर गोल्ड असी पूरी हिस्टरी च पढ़िया कि साढ़े कोल घाट ही रही आ, असी बाहरों मंगाए आ, इत्थों नहीं बाहर भेजे। स्पाइसिस भेजते होवांगे, मसाले, चाह पत्ती भेजते होवांगे, इत्थे फिर कुंडी फस गई, शक दे घेरे च रखो। कॉटन, हाँ जी, सिल्क भी असी काफ़ी पैदा करते सी। ठीक है जी, भेजते होवांगे। साल्ट पिटरे, साल्ट पिटरे हुंदा जी पोटाशियम नाइट्रेट। ये ना गन पाउडर बनाउण दा एक इंपॉर्टेंट कंपोनेंट है जी। गन पाउडर, बंदूक का बारूद बनाउण दा पाउडर आ जी हुंदा सी एक साल्ट पिटरे। पोटाशियम नाइट्रेट ते पोस्ट। आंसर सी डी है जी, ए आ जी, डी आंसर है जी। कॉटन, सिल्क, साल्ट पिटरे ते ओपीएम असी काफ़ी बाहर भेजते सी। अगे देखो, आ देखो थोड़ा ये तुसी हिस्टरी विच पढ़ोगे ना अपनी एनसीईआरटी किताब विच, ये गल्लां मैंशन हैगियां जी, ये गल्लां मैंशन आ।
ठीक है, इन्हें तुसीं पॉज करके पढ़ लेना। ओके, विच वन ऑफ द फॉलोइंग स्टेटमेंट्स डज नॉट अप्लाई टू द सिस्टम ऑफ सब्सिडियरी अलायंस इंट्रोड्यूस्ड बाय लॉर्ड वेलेसली। सब्सिडियरी अलायंस कौन लैके आया सी जी? लॉर्ड वेलेसली। ਉਹਦੇ ਚੀਜ਼ਾਂ ਪੁੱਛੀਆਂ ਗਈਆਂ ਕਿ ਇਸ ਦੇ ਅੰਦਰ ਅੰਦਰ ਕੀ ਚੀਜ਼ ਨਹੀਂ ਆਉਂਦੀ ਸੀ, ਤੁਸੀਂ ਪੜ੍ਹਿਆ ਹੋਏਗਾ। ਟੂ ਮੇਨਟੇਨ ਏ ਲਾਰਜ ਸਟੈਂਡਿੰਗ ਆਰਮੀ ਐਟ ਅਦਰਸ ਐਕਸਪੈਂਸ। ਦੇਖੋ ਨਾ, ਇੱਦਾਂ ਹੁੰਦਾ ਸੀ ਜਿੱਦਾਂ ਮੰਨ ਲਓ ਆਹ ਕੋਈ ਰਿਆਸਤ ਆ, ਇਹ ਰਿਆਸਤ ਉੱਤੇ ਅੰਗਰੇਜ਼ਾਂ ਨੇ ਫੁੱਲ ਕੰਟਰੋਲ ਕਰਨ ਦੀ ਬਜਾਏ ਇਹਨਾਂ ਨਾਲ ਸੰਧੀ ਕਰ ਲਈ ਕਿਹੜੀ? ਸਬਸਿਡਰੀ ਅਲਾਇੰਸ। ਭਾਵ ਇਹ ਰਿਆਸਤ ਦੇ ਰਾਜਾ ਤੇਰੀ ਆਪਣੀ ਸੈਨਾ ਨਹੀਂ ਹੋਏਗੀ, ਤੇਰੇ ਰਾਜ 'ਚ ਜਿਹੜੀ ਸੈਨਾ ਹੋਏਗੀ ਉਹ ਸਾਡੀ ਹੋਏਗੀ, ਠੀਕ, ਤੇ ਖਰਚਾ ਤੈਨੂੰ ਝੱਲਣਾ ਪੈਣਾ ਆ, ਠੀਕ ਆ ਜੀ। ਤੂੰ ਕਿਸੇ ਵਿਦੇਸ਼ੀ ਦੇਸ਼ ਨਾਲ, ਰਾਜੇ ਨਾਲ ਸੰਪਰਕ ਨਹੀਂ ਸਥਾਪਿਤ ਕਰ ਸਕਦਾ, ਸਾਡੀ ਪਰਮਿਸ਼ਨ ਚਾਹੀਦੀ ਆ। ਇਸ ਤਰ੍ਹਾਂ ਦੀਆਂ ਗੱਲਾਂ ਸੀ। ਓਵਰਆਲ ਤੂੰ ਸਾਡੇ ਕੰਟਰੋਲ 'ਚ ਰਹਿਣਾ ਆ। ਹੁਣ ਪੜ੍ਹਦੇ ਹਾਂ ਜੀ। ਟੂ ਮੇਨਟੇਨ ਏ ਲਾਰਜ ਸਟੈਂਡਿੰਗ ਆਰਮੀ ਐਟ ਅਦਰਸ ਐਕਸਪੈਂਸ। ਹਾਂ ਵੀ ਤੁਸੀਂ ਇੱਥੇ ਇੱਕ ਸੈਨਾ ਰੱਖਣੀ ਆ, ਸੈਨਾ ਹੋਏਗੀ ਸਾਡੀ, ਖਰਚਾ ਭਰੋ ਤੁਸੀਂ, ਠੀਕ ਹੈ ਜੀ। ਆਰਮੀ ਰੱਖਣੀ ਸੀ। ਟੂ ਕੀਪ ਇੰਡੀਆ ਸੇਫ ਫਰੋਮ ਨੈਪੋਲੀਅਨਿਕ ਡੇਂਜਰ। ਇਹ ਇੱਕ ਇੰਟਰਸਟਿੰਗ ਪੁਆਇੰਟ ਆ। ਦੇਖੋ ਸਬਸਿਡਰੀ ਅਲਾਇੰਸ ਵਿੱਚ ਨਾ ਤੁਸੀਂ ਯਾਦ ਕਰੋ, ਸ਼ੁਰੂਆਤ ਵਿੱਚ ਟੀਪੂ ਸੁਲਤਾਨ ਨਾਲ ਵੀ ਇਹੀ ਸੰਧੀ ਕੀਤੀ ਸੀ ਅੰਗਰੇਜ਼ਾਂ ਨੇ, ਤੇ ਉਹਨਾਂ ਦਾ ਇਹੀ ਸੀਗਾ, ਆ ਦੇਖੋ ਨਾ, ਵੀ ਤੁਸੀਂ ਕਿਸੇ ਵਿਦੇਸ਼ੀ ਤਾਕਤ ਨਾਲ ਸੰਪਰਕ ਨਹੀਂ ਰੱਖਣਾ, ਠੀਕ। ਇਹਦਾ ਇਹੀ ਮਤਲਬ ਸੀ, ਕਿਉਂਕਿ ਉਸ ਵੇਲੇ ਫਰਾਂਸ ਦਾ ਜਿਹੜਾ ਨੈਪੋਲੀਅਨ ਸੀ ਉਹਦੀ ਕਾਫੀ ਚੜ੍ਹਾਈ ਸੀ, ਤੇ ਟੀਪੂ ਸੁਲਤਾਨ ਦੇ ਲਿੰਕ ਸੀਗੇ ਨੈਪੋਲੀਅਨ ਨਾਲ, ਤੇ ਅੰਗਰੇਜ਼ਾਂ ਨੂੰ ਇਹ ਗੱਲ ਦਾ ਡਰ ਸੀ। ਇਸ ਲਈ ਉਹਨਾਂ ਨੇ ਨਾ ਫੌਰਨ ਤਾਕਤ ਨਾਲ ਲਿੰਕ ਦੇ ਉੱਤੇ ਪਾਬੰਦੀ ਲਾਤੀ ਅੰਡਰ ਸਬਸਿਡਰੀ ਅਲਾਇੰਸ, ਤਾਂ ਕਿ ਨੈਪੋਲੀਅਨ ਦਾ ਖਤਰਾ ਨਾ ਰਵੇ। ਇਹ ਗੱਲ ਹੈ। ਟੂ ਇਸਟੈਬਲਿਸ਼ ਬ੍ਰਿਟਿਸ਼ ਪੈਰਾਮਾਉਂਟਸੀ ਓਵਰ ਦਾ ਇੰਡੀਅਨ ਸਟੇਟ। ਭਾਰਤੀ ਰਿਆਸਤਾਂ ਉੱਤੇ ਬ੍ਰਿਟਿਸ਼ ਦੀ ਪੈਰਾਮਾਉਂਟਸੀ, ਓਵਰਆਲ ਕਿਹਦਾ ਆ? ਪਾਵਰ, ਓਵਰਆਲ ਨਿਯੰਤਰਣ, ਓਵਰਆਲ ਰਾਜ ਕਿਹਦਾ ਰਵੇ? ਬ੍ਰਿਟਿਸ਼ ਦਾ। ਹਾਂ, ਓਵਰਆਲ ਰਾਜ ਬ੍ਰਿਟਿਸ਼ ਦਾ ਰਵੇ, ਕੋਈ ਹੋਰ ਨਾ ਇਹਨੂੰ ਕੰਟਰੋਲ ਕਰ ਲੈ, ਇਹ ਵੀ ਗੱਲ ਹੈ। ਟੂ ਸਿਕਿਉਰ ਏ ਫਿਕਸਡ ਇਨਕਮ ਫॉर ਦਾ ਕੰਪਨੀ। ਇਨਕਮ ਵਾਲੀ ਗੱਲ ਨਹੀਂ ਸੀ, ਬੇਸਿਕਲੀ ਉਹ ਚਾਹੁੰਦੇ ਸੀਗੇ ਕਿ ਸਾਡੇ ਕੰਟਰੋਲ 'ਚ ਰਵੇ ਇਹ। ਫਿਕਸਡ ਇਨਕਮ ਸਿਕਿਉਰ ਕਰਨ ਵਾਲੀ ਇੰਨੀ ਕੋਈ ਫੈਕਟਰ ਨਹੀਂ ਸੀ, ਇਸ ਲਈ ਸੀ ਗਲਤ ਆ ਜੀ। ਆਨਸਰ ਹੈ ਜੀ ਸੀ। ਇਕਨੋਮਿਕਲੀ, ਆਰਥਿਕ ਰੂਪ ਤੋਂ one of the results of the British rule in India in the 19th century, 19ਵੀਂ ਸ਼ਤਾਬਦੀ ਦੀ ਗੱਲ ਕਰੀਏ ਤੇ ਬ੍ਰਿਟਿਸ਼ ਨੇ ਜਦੋਂ ਭਾਰਤ ਉੱਤੇ ਰੂਲ ਪੂਰਾ ਕਾਬਜ਼ ਕਰ ਲਿਆ, ਤਾਂ ਆਰਥਿਕ ਪੱਖ ਤੋਂ ਕੀ ਪ੍ਰਭਾਵ ਪਿਆ? ਇਨਕਰੀਜ਼ ਇਨ ਦਾ ਐਕਸਪੋਰਟ ਆਫ ਇੰਡੀਅਨ ਹੈਂਡੀਕ੍ਰਾਫਟਸ। ਭਾਰਤ ਦੁਆਰਾ ਹੱਥਕਰਘਾ ਉਦਯੋਗ ਜਿਹੜਾ ਹੁੰਦਾ ਨੇ, ਹੈਂਡੀਕ੍ਰਾਫਟਸ, ਹੱਥਾਂ ਨਾਲ ਤਿਆਰ ਕਲਾਕ੍ਰਿਤੀਆਂ, ਉਹਦਾ ਐਕਸਪੋਰਟ ਵੱਧ ਗਿਆ ਨਾ, ਉਹਦਾ ਐਕਸਪੋਰਟ ਸਗੋਂ ਘੱਟ ਗਿਆ ਸੀ, ਸਾਨੂੰ ਕਾਫੀ ਨੁਕਸਾਨ ਹੋਇਆ ਸੀ। ਗਰੋਥ ਇਨ ਦਾ ਨੰਬਰ ਆਫ ਇੰਡੀਅਨ ਓਨਡ ਫੈਕਟਰੀਜ਼। ਭਾਰਤੀਆਂ ਦੁਆਰਾ ਓਨਡ ਮਤਲਬ ਭਾਰਤੀਆਂ ਦੁਆਰਾ ਜਿਨ੍ਹਾਂ ਉੱਤੇ ਮਾਲਕਾਨਾ ਹੱਕ ਸੀ, ਉਹ ਫੈਕਟਰੀਆਂ ਦਾ ਨੰਬਰ ਵੀ ਇਨਕਰੀਜ਼ ਹੋਇਆ ਨਹੀਂ, ਸਾਡਾ ਨੁਕਸਾਨ ਹੋਇਆ ਸੀ ਕਾਫੀ। ਰੈਪਿਡ ਇਨਕਰੀਜ਼ ਇਨ ਦਾ ਅਰਬਨ ਪਾਪੂਲੇਸ਼ਨ। ਦੇਖੋ ਅਰਬਨ ਪਾਪੂਲੇਸ਼ਨ ਹੌਲੀ ਹੌਲੀ ਇਨਕਰੀਜ਼ ਹੁੰਦੀ ਗਈ, ਪਰ ਰੈਪਿਡ ਨਹੀਂ ਸੀ ਹੋਈ। ਅਰਬਨ ਪਾਪੂਲੇਸ਼ਨ ਤੁਸੀਂ ਮਨ 'ਚ ਸੋਚ ਕੇ ਦੇਖੋ ਨਾ, ਵੀ ਜੇ ਇਨਕਰੀਜ਼ ਵੀ ਹੁੰਦੀ ਹੋਏਗੀ, ਕੋਈ ਇੰਨੀ ਰੈਪਿਡ ਨਹੀਂ ਇਨਕਰੀਜ਼ ਹੋਈ। ਰੈਪਿਡ ਬਾਅਦ ਵਿੱਚ ਹੀ ਹੋਈ ਆ, ਆਜ਼ਾਦੀ ਤੋਂ ਬਾਅਦ। ਇੱਥੇ ਇਹਨੂੰ ਤੁਸੀਂ ਕੱਟ ਸਕਦੇ ਆ। ਚਲੋ ਜੇ ਆਹ ਨਹੀਂ ਵੀ ਆਉਂਦਾ ਸਾਨੂੰ ਵੀ ਇਨਕਰੀਜ਼ ਹੋਈ ਆ ਕਿ ਡਿਕਰੀਜ਼ ਹੋਈ ਆ, ਆਪਾਂ ਥੋੜ੍ਹਾ ਜਜਮੈਂਟ ਨਾਲ ਚੱਲਣਾ। ਪਹਿਲਾਂ ਸੀ ਵਾਲਾ ਆਨਸਰ ਪੜ੍ਹੀਏ। ਕਮਰਸ਼ੀਅਲਾਈਜੇਸ਼ਨ ਆਫ ਇੰਡੀਅਨ ਐਗਰੀਕਲਚਰ। ਇਹ ਗੱਲ ਹੋਈ ਸੀ ਜੀ, ਭਾਰਤੀ ਖੇਤੀਬਾੜੀ ਦਾ ਵਪਾਰੀਕਰਨ ਹੋ ਗਿਆ ਸੀ। ਪਹਿਲਾਂ ਜਿਹੜੀ ਆਪਾਂ ਖੇਤੀ ਕਰਦੇ ਸੀ ਆਪਣੇ ਖਾਣ ਲਈ, ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਹੁਣ ਕੀ ਹੋ ਗਿਆ? ਅੰਗਰੇਜ਼ਾਂ ਨੇ ਉਹ ਕਮਰਸ਼ੀਅਲਾਈਜੇਸ਼ਨ ਭਾਵ ਉਹਦਾ ਮੰਡੀਕਰਨ ਸ਼ੁਰੂ ਕਰਤਾ। ਹੁਣ ਉਹ ਚੀਜ਼ ਐਗਰੀਕਲਚਰ ਦੀ ਉਤਪਾਦਨ ਵੇਚਣ ਲਈ ਸ਼ੁਰੂ ਹੋ ਗਈ। ਉਦਾਹਰਨ ਦੇਖੋ, ਇੰਡੀਗੋ, ਨੀਲ। ਹੁਣ ਨੀਲ ਉੱਥੇ ਵਿਕਦਾ ਸੀ ਯੂਰਪ ਵਿੱਚ, ਇਸ ਕਰਕੇ ਭਾਰਤ ਵਿੱਚ ਵੀ ਇੰਡੀਗੋ ਦੀ ਖੇਤੀ ਸ਼ੁਰੂ ਹੋ ਗਈ, ਕਮਰਸ਼ੀਅਲਾਈਜੇਸ਼ਨ ਸ਼ੁਰੂ ਹੋ ਗਿਆ ਜੀ। ਸੀ ਆਨਸਰ ਹੈ ਜੀ। ਅੱਗੇ ਦੇਖੋ, ਵਿਚ ਅਮੰਗ ਦਾ ਫੋਲੋਇੰਗ ਇਵੈਂਟਸ ਹੈਪਨਡ ਅਰਲੀਐਸਟ। ਕੁਝ ਗੱਲਾਂ ਦੱਸੀਆਂ ਆ, ਪੁੱਛਿਆ ਗਿਆ ਵੀ ਸਭ ਤੋਂ ਪਹਿਲਾਂ ਕਿਹੜਾ ਹੋਇਆ।
स्वामी दयानंद इस्टैबलिश्ड आर्य समाज तुहानूं पता कि 1875 के करीब की गल्लां आ। दीनबंधु मित्रा रोट नील दर्पण, हाँ ये 1859 की गल आ, 59 की गल आ। अच्छा जी, ਇਹਦਾ मतलब बी पहला हो गया ए नालों। बंकिम चंद्र चट्टोपाध्याय रोड आनंद मठ, तुहानूं पता होना चाहिए आनंद मठ कदों लिखिया। भारत का पहला बंदा सत्येंद्र नाथ टैगोर became the first Indian to succeed in the Indian Civil Services Examination। ਭਾਰਤੀ ਸਿਵਲ ਸੇਵਾਵਾਂ ਵਿੱਚ ਪਹਿਲਾ ਭਾਰਤੀ ਜਿਸਨੇ ਇਹ ਐਗਜ਼ਾਮ ਪਾਸ ਕੀਤਾ ਉਹ ਸੀ ਜੀ ਸਤਿੰਦਰ ਨਾਥ ਟੈਗੋਰ। ਪਰ ਪੁੱਛਿਆ ਗਿਆ ਆ ਕਦੋਂ ਪਾਸ ਕੀਤਾ। ਹੁਣ ਦੇਖੋ ਸਾਨੂੰ ਸਾਰਿਆਂ ਦਾ ਸਨ ਪਤਾ ਹੋਣਾ ਚਾਹੀਦਾ, ਇਸ ਲਈ ਪੜ੍ਹ ਦੋ ਪਹਿਲਾਂ ਜੀ। 1859 ਵਿੱਚ ਨੀਲ ਦਰਪਣ ਲਿਖਿਆ ਗਿਆ ਸੀ ਜੀ। 63 ਵਿੱਚ ਸਤਿੰਦਰ ਨਾਥ ਟੈਗੋਰ ਨੇ ਸਿਵਲ ਸਰਵਿਸ ਐਗਜ਼ਾਮ ਕਲੀਅਰ ਕੀਤਾ ਸੀ। 1875 ਵਿੱਚ ਆਰਿਆ ਸਮਾਜ ਦੀ ਸਥਾਪਨਾ ਹੋਈ ਸੀ ਤੇ 1882 ਵਿੱਚ ਆਨੰਦ ਮਠ ਨਾਵਲ ਲਿਖਿਆ ਗਿਆ ਸੀ। ਆਨੰਦ ਮਠ ਸੰਨਿਆਸੀ ਵਿਦਰੋਹ ਦੇ ਉੱਤੇ ਲਿਖਿਆ ਗਿਆ ਨਾਵਲ ਸੀ, ਇਹ ਤੁਸੀਂ ਪੜ੍ਹ ਲੈਣਾ ਜੀ। ਅੱਗੇ ਦੇਖੋ, with reference to educational institutions during the colonial rule in India, educational institutions ਦੀ ਗੱਲ ਹੋਈ ਹੈ। consider the following pairs of institution versus founder, ਵੀ ਆਹ ਇੰਸਟੀਟਿਊਸ਼ਨ ਸੀਗੇ, ਆਹ ਇਹਨਾਂ ਦੇ ਫਾਊਂਡਰ ਸੀ, ਇਹਨਾਂ ਚੋਂ ਕਰੈਕਟ ਚੱਕਣਾ ਆਪਾਂ। ਹੁਣ ਸਾਨੂੰ ਪਤਾ ਹੋਣਾ ਚਾਹੀਦਾ ਆ, ਫੈਕਚੁਅਲ ਆ ਜੀ, ਇਹ ਪੜ੍ਹ ਲੈਂਦੇ ਆਂਸਰ। ਆਂਸਰ ਹੈ ਜੀ ਬੀ, ਭਾਵ ਦੂਜਾ ਸਹੀ ਆ ਇਕੱਲਾ। ਕਲਕੱਤਾ ਮਦਰਸਾ ਵੈਰਨ ਹੈਸਿੰਗ ਨੇ ਬਣਾਇਆ ਸੀ। ਇਹ ਸ਼ੁਰੂਆਤ ਦੀਆਂ ਗੱਲਾਂ ਆ, ਇਹਨਾਂ ਨੂੰ ਕਿਉਂਕਿ ਲੋਕਲ ਧਰਮਾਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸੀ ਤੇ ਇਹਨਾਂ ਨੇ ਕਲਕੱਤਾ ਮਦਰਸਾ ਬਣਾਇਆ ਵੈਰਨ ਹੈਸਿੰਗ ਨੇ। ਦੇਖਦੇ ਹਾਂ ਜੀ। 1791 ਵਿੱਚ ਬ੍ਰਿਟਿਸ਼ ਨਿਵਾਸੀ ਜੋਨਾਥਨ ਡੰਕਨ ਦੇ ਸੁਹਿਰਦ ਯਤਨਾਂ ਦੇ ਕਾਰਨ ਬਨਾਰਸ ਵਿੱਚ ਹਿੰਦੂ ਕਾਨੂੰਨਾਂ ਅਤੇ ਫਿਲਾਸਫੀ ਭਾਵ ਦਰਸ਼ਨ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਸਕ੍ਰਿਤ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੰਸਕ੍ਰਿਤ ਕਾਲਜ ਕਿਹਨੇ ਬਣਵਾਇਆ ਸੀ, ਜੋਨਾਥਨ ਡੰਕਨ ਨੇ। ਇੱਥੇ ਕੀ ਲਿਖਿਆ ਜੀ, ਜੋਨਸ ਨੇ, ਨਹੀਂ ਡੰਕਨ ਨੇ ਬਣਾਇਆ ਸੀ, ਪਹਿਲਾ ਗਲਤ ਹੋ ਗਿਆ। ਅਤੇ ਸਰ ਵਿਲੀਅਮ ਜੋਨਸ ਬੰਗਾਲ ਦੀ ਏਸ਼ੀਆਟਿਕ ਸੁਸਾਇਟੀ ਨਾਲ ਜੁੜੇ ਹੋਏ ਹਨ। ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਲਾਰਡ ਵੈਲੇਸਲੀ ਦੁਆਰਾ ਸਿਵਲ ਸੇਵਕਾਂ ਦੀ ਸਿਖਲਾਈ ਲਈ ਕੀਤੀ ਗਈ ਸੀ। ਸਿਵਲ ਸੇਵਕਾਂ, ਕਿ ਤੁਹਾਨੂੰ ਵੀ ਭਾਰਤ ਦੇ ਧਾਰਮਿਕ ਕਾਨੂੰਨਾਂ ਬਾਰੇ ਪਤਾ ਹੋਣਾ ਚਾਹੀਦਾ ਆ। ਦੂਸਰਾ ਸਹੀ ਹੋ ਗਿਆ ਜੀ। ਤੇ ਵਿਲੀਅਮ ਜੋਨਸ ਕੌਣ ਸੀ, ਏਸ਼ੀਆਟਿਕ ਸੁਸਾਇਟੀ ਨਾਲ ਸੰਬੰਧਿਤ। ਆਹ ਦੇਖ ਲਓ, ਇੱਕ ਪ੍ਰਸ਼ਨ ਚੋਂ ਕਿੰਨੇ ਪੁਆਇੰਟ ਆ ਗਏ। ਵਿਲੀਅਮ ਜੋਨਸ ਏਸ਼ੀਆਟਿਕ ਸੁਸਾਇਟੀ ਨਾਲ ਸੰਬੰਧਿਤ ਸੀ ਤੇ ਜੋਨਾਥਨ ਡੰਕਨ ਨੇ ਸੰਸਕ੍ਰਿਤ ਕਾਲਜ ਦੀ ਸਥਾਪਨਾ ਕੀਤੀ ਸੀ। ਕਿਉਂ ਕੀਤੀ ਸੀ, ਕਿੱਥੇ ਕੀਤੀ ਸੀ, ਬਨਾਰਸ ਵਿੱਚ, ਤਾਂ ਕਿ ਹਿੰਦੂ ਕਾਨੂੰਨਾਂ ਅਤੇ ਫਿਲਾਸਫੀ ਨੂੰ ਉਹ ਅਧਿਐਨ ਕੀਤਾ ਜਾ ਸਕੇ ਉਹਦਾ। ਤੇ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਲਾਰਡ ਵੈਲੇਸਲੀ ਨੇ ਕੀਤੀ ਸੀ। ਕਿਸ ਲਈ, ਸਿਵਲ ਸੇਵਕਾਂ ਦੀ ਸਿਖਲਾਈ ਲਈ, ਤਾਂ ਕਿ ਸਿਵਲ ਸੇਵਕ ਜਿਹੜੇ ਸਿਵਲ ਸਰਵੈਂਟ ਆ ਉਹਨਾਂ ਨੂੰ ਵੀ ਇੱਥੋਂ ਦੇ ਲੋਕਲ ਧਾਰਮਿਕ ਕਾਨੂੰਨਾਂ ਬਾਰੇ ਪਤਾ ਹੋਵੇ। ਅੱਗੇ ਦੇਖਦੇ ਹਾਂ, ਰਿਗਾਰਡਿੰਗ ਵੁਡਸ ਡਿਸਪੈਚ। ਆ ਦੇਖੋ ਵੁਡਸ ਡਿਸਪੈਚ ਕਿੰਨੀ ਵਾਰ ਆ ਗਿਆ। ਇਹ ਕੀ ਸੀ ਜੀ, ਮੈਗਨਾ ਕਾਰਟਾ ਆਫ ਬ੍ਰਿਟਿਸ਼ ਐਜੂਕੇਸ਼ਨ ਇਨ ਇੰਡੀਆ। ਐਜੂਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਰਿਫਾਰਮ ਆਏ ਸੀ ਜੀ ਵੁਡਸ ਡਿਸਪੈਚ ਕਰਕੇ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਆਰ ਟਰੂ ਦੇਖੋ ਕਿਹੜੀ ਆ। ਗ੍ਰਾਂਟਸ ਇਨ ਏਡ ਸਿਸਟਮ ਵਾਸ ਇੰਟਰੋਡਿਊਸ, ਵੀ ਐਜੂਕੇਸ਼ਨ ਨੂੰ बढ़ावा देने ਲਈ ਗ੍ਰਾਂਟਾਂ ਦੇਣੀਆਂ ਚਾਹੀਦੀਆਂ ਆ। ਹਾਂ ਜੀ, ਇਹ ਗੱਲ ਸਹੀ ਆ, ਕਰੈਕਟ ਆਂਸਰ ਚੱਕਣਾ ਆਪਾਂ। ਇਸਟੈਬਲਿਸ਼ਮੈਂਟ ਆਫ ਯੂਨੀਵਰਸਿਟੀਜ਼ ਵਾਜ਼ ਰਿਕਮੈਂਡਡ, ਕਹਿੰਦੇ ਵੀ ਯੂਨੀਵਰਸਿਟੀਆਂ ਬਣਾਉਣੀਆਂ ਚਾਹੀਦੀਆਂ, ਇਹ ਰਿਕਮੈਂਡੇਸ਼ਨ ਸੀਗੀ। ਹਾਂ ਜੀ, ਇਹ ਵੀ ਗੱਲ ਹੈ। ਇੰਗਲਿਸ਼ ਐਜ਼ ਏ ਮੀਡੀਅਮ ਆਫ ਇੰਸਟਰਕਸ਼ਨ ਐਟ all levels of education was recommended, ਨਹੀਂ ਇਸ ਤਰ੍ਹਾਂ ਨਹੀਂ ਸੀ ਜੀ, ਸਾਰੇ ਲੈਵਲ ਤੇ ਇੰਗਲਿਸ਼ ਰਿਕਮੈਂਡਡ ਨਹੀਂ ਸੀ। ਆਲ ਮਤਲਬ ਐਕਸਟ੍ਰੀਮਸ ਗੱਲ ਹੋ ਗਈ। ਤੀਸਰਾ ਹੋ ਗਿਆ ਗਲਤ। ਸ਼ੁਰੂਆਤ ਵਿੱਚ ਅੰਗਰੇਜ਼ਾਂ ਨੇ ਇਹ ਕਿਹਾ ਕਿ ਹਾਇਰ ਐਜੂਕੇਸ਼ਨ ਅੰਗਰੇਜ਼ੀ 'ਚ ਰੱਖੋ, ਪਰ ਸਕੂਲ ਲੈਵਲ ਦੀ ਐਜੂਕੇਸ਼ਨ ਵਰਨੈਕੂਲਰ ਭਾਸ਼ਾਵਾਂ, ਲੋਕਲ ਭਾਸ਼ਾਵਾਂ ਵਿੱਚ ਰੱਖੋ। ਤੀਜੀ ਸਟੇਟਮੈਂਟ ਗਲਤ ਹੋ ਗਈ ਜੀ, ਚੱਕ ਦੋ 1 and 2 ਆਂਸਰ ਆ। ਤੁਹਾਨੂੰ ਆ ਦੋ ਨਹੀਂ ਵੀ ਆਉਂਦੀਆਂ ਪਤਾ ਇਹਨਾਂ ਬਾਰੇ, ਪਰ ਇੱਥੋਂ ਆਂਸਰ ਆ ਜਾਣਾ ਜੀ। ਤੀਜੀ ਸਟੇਟਮੈਂਟ ਚੱਕ ਦੋ, ਬਾਈ ਮੈਥਡ ਆਫ ਐਕਸਕਲੂਜਨ ਆਂਸਰ ਆ ਜਾਣਾ।
Which of the following led to the introduction of English education in India? ਭਾਰਤ ਵਿੱਚ English education ਦੀ introduction ਕਿੰਨਾ ਕਿੰਨਾ ਕਰਕੇ ਹੋਈ? ਚਾਰਟਰ ਐਕਟ ਆਫ 1813 ਹਾਂ ਵੀ ਇਹਨ ਕਿਹਾ ਸੀਗਾ ਕਿ ਭਾਰਤ ਵਿੱਚ ਅੰਗਰੇਜ਼ੀ ਐਜੂਕੇਸ਼ਨ ਲਿਆਓ। ਜਨਰਲ ਕਮੇਟੀ ਆਫ ਪਬਲਿਕ ਇੰਸਟਰਕਸ਼ਨ 1823 ਪਤਾ ਨਹੀਂ। ਓਰੀਐਂਟਲਿਸਟ ਐਂਡ ਐਂਗਲਿਸਿਸਟ ਕੰਟਰੋਵਰਸੀ, ਇਹ ਓਰੀਐਂਟਲਿਸਟ ਐਂਡ ਐਂਗਲਿਸਿਸਟ ਇਹ ਸੀ ਨਾ ਕਿ ਪੂਰਬ ਵਾਲੀ ਜਿਹੜੀ ਐਜੂਕੇਸ਼ਨ ਸਿਸਟਮ ਆ ਜਾਂ ਸੰਸਥਾਵਾਂ ਉਹਨਾਂ ਨੂੰ ਓਰੀਐਂਟਲਿਸਟ ਕਹਿੰਦੇ ਸੀ, ਪੱਛਮ ਵਾਲੇ ਯੂਰਪ ਵਾਲੀਆਂ ਐਜੂਕੇਸ਼ਨ ਨੂੰ ਐਂਗਲਿਸਿਸਟ ਕਹਿੰਦੇ ਸੀ। ਉਹ ਕਹਿੰਦੇ ਸੀ ਵੀ ਕਿਹੜੀ ਐਜੂਕੇਸ਼ਨ ਨੂੰ ਬੜਾਵਾ ਦਿੱਤਾ ਜਾਵੇ, ਪੂਰਬ ਵਾਲੀ ਐਜੂਕੇਸ਼ਨ ਨੂੰ ਜਾਂ ਯੂਰੋਪੀਅਨ ਐਜੂਕੇਸ਼ਨ ਨੂੰ। ਇਹ ਸਭ ਗੱਲਾਂ ਦੇ ਮੱਦੇਨਜ਼ਰ ਇਹ ਗੱਲ ਕਹੀ ਕਿ ਅੰਗਰੇਜ਼ੀ ਐਜੂਕੇਸ਼ਨ ਨੂੰ ਵੀ ਬੜਾਵਾ ਦੇਣਾ ਹੈ। ਆਨਸਰ ਆ ਜੀ ਸਾਰੇ ਸਹੀ ਆ, ਸਾਰੇ ਸਹੀ ਆ। Who among the following were the founders of the ਹਿੰਦ ਮਜ਼ਦੂਰ ਸਭਾ? ਹਿੰਦ ਮਜ਼ਦੂਰ ਸਭਾ ਦੇ ਮੋਢੀਆਂ ਵਿੱਚੋਂ, ਫਾਊਂਡਰਸ ਵਿੱਚੋਂ ਇਹਨਾਂ ਵਿੱਚੋਂ ਕਿਹੜੇ ਕਿਹੜੇ ਬੰਦੇ ਹੈ ਜਿਹੜੇ ਕਿ 1948 ਵਿੱਚ ਬਣੀ ਸੀ ਸੰਸਥਾ ਹਿੰਦ ਮਜ਼ਦੂਰ ਸਭਾ? ਅੱਜ ਕਿੰਨੇ ਨਾਮ ਦਿੱਤੇ ਆ, ਇਹਦੇ ਵਿੱਚ ਸਿਮੈਟਰੀ ਆ ਬਣਦੀ ਆ ਜੀ, ਯਾਦ ਕਰ ਲਿਓ। ਡੀ ਆਨਸਰ ਹੈ ਜੀ। ਅਸ਼ੋਕ ਮਹਿਤਾ, ਟੀ.ਐਸ. ਰਾਮਾਨੁਜਮ ਐਂਡ ਜੀ ਮਹਿਤਾ। ਮਹਿਤਾ ਦੋ ਨਾਮ ਆ ਗਏ, ਇਹ ਹਿੰਦ ਮਜ਼ਦੂਰ ਸਭਾ ਨਾਲ ਸੰਬੰਧਿਤ ਸੀ, ਫਾਊਂਡਰਾਂ ਵਿੱਚੋਂ ਸੀ ਜੀ। The founding conference elected Comrade Ashok Mehta as the General Secretary and Comrade G. Mehta and V.S. Mathur as secretaries. Miss Maniben Kara and Comrade T.S. Ramanujam were elected as Vice Presidents of Hindustan Mazdoor Sabha. ठीक है। Which one of the following foreign travelers elaborately discussed about diamonds and diamond mines of India? ਆ ਕਿਹੜਾ ਵਿਦੇਸ਼ੀ ਯਾਤਰੀ ਸੀ ਜਿਹਨੇ ਬਹੁਤ ਵਿਸਤਾਰ ਨਾਲ ਆਪਣੇ ਹੀਰਿਆਂ ਤੇ ਹੀਰਿਆਂ ਦੀ ਖਾਨਾਂ ਬਾਰੇ ਡਿਸਕਸ਼ਨ ਕੀਤੀ? ਫ੍ਰੈਂਕਾਇਸ ਬਰਨੀਅਰ, ਜੀਨ ਬੈਪਟਿਸਟ ਬਰਨੀਅਰ, ਜੀਨ ਡੀ ਥੈਵਨੌਟ, ਐਬੇ ਬਾਰਥੇਲੇਮੀ ਕੈਰੇ। ਇਹ ਨਾਮ ਆ ਨਾ ਜੀ, ਇਹ ਫਰਾਂਸੀਸੀ ਨਾਮ ਆ। ਆਨਸਰ ਹੈ ਜੀ ਟੈਬਰਨੀਅਰ, ਟੈਬਰਨੀਅਰ, ਜੀਨ ਬੈਪਟਿਸਟ ਟੈਬਰਨੀਅਰ। ਹੁਣ ਹੀਰਿਆਂ ਬਾਰੇ ਕਾਫੀ ਗੱਲਬਾਤ ਕੀਤੀ। ਦੇਖੋ ਜਿਹੜਾ ਟੈਬਰਨੀਅਰ ਸੀ ਨਾ, ਉਹ ਇੱਕ ਫਰਾਂਸੀਸੀ ਯਾਤਰੀ ਸੀ ਜੋ 1640 ਅਤੇ 1667 ਦੇ ਵਿਚਕਾਰ ਭਾਰਤ ਆਇਆ ਸੀ, ਮਤਲਬ 17ਵੀਂ ਸ਼ਤਾਬਦੀ। ਉਹ ਖੁਦ ਇੱਕ ਹੀਰਾ ਵਪਾਰੀ ਸੀ ਜੀ, ਖੁਦ ਡਾਇਮੰਡ ਦਾ ਮਰਚੈਂਟ ਸੀ। ਇਹਦਾ ਮਤਲਬ ਉਹਨੂੰ ਹੀਰਿਆਂ ਦੀ ਕਾਫੀ ਪਰਖ ਹੋਵੇਗੀ। ਉਹ ਹੀਰਿਆਂ ਵਿੱਚ ਵਿਸ਼ੇਸ਼ ਤੌਰ ਤੇ ਦਿਲਚਸਪੀ ਰੱਖਦਾ ਸੀ ਅਤੇ ਭਾਰਤ ਦੀਆਂ ਵੱਖ-ਵੱਖ ਹੀਰਿਆਂ ਦੀਆਂ ਖਾਣਾਂ, ਖਾਸ ਕਰਕੇ ਡੈਕਨ ਸਾਊਥ ਵਿੱਚ ਦੱਖਣੀ ਪਠਾਰ ਦੀਆਂ ਖਾਣਾਂ ਦਾ ਉਸਨੇ ਦੌਰਾ ਕੀਤਾ ਸੀ, ਦੌਰਾ ਕਰਦਾ ਸੀ। ਜਿਹੜਾ ਸੀ ਜੀਨ ਡੀ ਥੇਵੇਨੌਟ, 17ਵੀਂ ਸ਼ਤਾਬਦੀ, ਪਹਿਲੇ ਫਰਾਂਸੀਸੀ ਯਾਤਰੀਆਂ ਵਿੱਚੋਂ ਇੱਕ ਸੀ। ਆਪਣੀ ਕਿਤਾਬ ਰੇਮੋਨਸ ਟਰਾਂਟੀ ਵਿੱਚ ਨੀਲ ਦੀ ਕਾਸ਼ਤ ਅਤੇ ਇਸ ਦੀ ਕਾਸ਼ਤ ਦੀ ਹੱਦ ਦਾ ਗ੍ਰਾਫਿਕ ਤੌਰ ਤੇ ਵਰਣਨ ਕਰਦਾ ਹੈ। ਇਹ ਕਿਹਦੇ ਬਾਰੇ ਗੱਲ ਕਰਦਾ? ਇੰਡੀਗੋ ਬਾਰੇ। ਠੀਕ ਹੈ ਜੀ। ਫਰਾਂਸੀਸੀ ਫ੍ਰੈਂਕੋਇਸ ਬਰਨੀਅਰ ਤੇ ਬਰਨੀਅਰ ਦੀ ਗੱਲ ਹੋ ਜਾਏ ਜੀ, ਇਹ ਵੀ 17ਵੀਂ ਸ਼ਤਾਬਦੀ ਵਿੱਚ ਆਇਆ ਸੀ। ਉਸ ਦੀ ਕਿਤਾਬ ਟਰੈਵਲਸ ਇਨ ਦਾ ਮੁਗਲ ਸਾਮਰਾਜ ਵਿੱਚ ਕਿਸਾਨੀ ਦੇ ਜੀਵਨ, ਕਿਸਾਨੀ ਤੇ ਫੋਕਸ ਸੀ ਜੀ ਬਰਨੀਅਰ। ਉਹਨਾਂ ਦੇ ਮਾੜੇ ਹਾਲਾਤ, ਕਸਬਿਆਂ, ਉਦਯੋਗਾਂ, ਪੇਂਡੂ ਖੇਤਰਾਂ ਵਿੱਚ ਜੀਵਨ ਅਤੇ ਸ਼ਹਿਰੀ ਸੱਭਿਆਚਾਰ ਅਤੇ ਸਭ ਤੋਂ ਵੱਧ ਭਾਰਤ ਦੇ ਪ੍ਰਮੁੱਖ ਨਿਰਮਾਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਮੁੱਖ ਨਿਰਮਾਤਾਵਾਂ ਦਾ, ਮੇਨ ਪਰਸਨੈਲਿਟੀਆਂ ਦਾ। ਠੀਕ ਹੈ ਜੀ। ਬਰਨੀਅਰ ਨੇ ਇਹਨਾਂ ਦੀ ਗੱਲ ਕੀਤੀ। ਐਬੇ ਕੈਰੇ ਇੱਕ ਫਰਾਂਸੀਸੀ ਵਿਅਕਤੀ ਸੀ ਜਿਸ ਨੇ 1672 ਅਤੇ 1674 ਦੇ ਵਿਚਕਾਰ, ਇਹ ਵੀ ਕੀ ਆ 17ਵੀਂ ਸ਼ਤਾਬਦੀ, ਮੁਗਲ ਭਾਰਤ ਦਾ ਦੌਰਾ ਕੀਤਾ ਅਤੇ ਭਾਰਤ ਅਤੇ ਨੇੜਲੇ ਪੂਰਬ ਵਿੱਚ ਐਬੇ ਕੈਰੇ ਦੀ ਯਾਤਰਾ ਵਿੱਚ ਆਪਣੀ ਜਾਣਕਾਰੀ ਦਰਜ ਕੀਤੀ। ਠੀਕ ਹੈ ਜੀ। ਲਾਗੇ ਹੋਰ ਵੀ ਕੁਛ ਏਰੀਏ ਦਾ ਦੌਰਾ ਕੀਤਾ ਸੀ ਜੀ। ਉਸਨੇ ਬੰਦਰਗਾਹ ਸ਼ਹਿਰਾਂ ਅਤੇ ਨਵੀਂ ਬਣੀ ਫ੍ਰੈਂਚ ਈਸਟ ਇੰਡੀਆ ਕੰਪਨੀ ਦੀ ਭੂਮਿਕਾ ਬਾਰੇ ਲਿਖਿਆ। ਠੀਕ ਹੈ ਜੀ। ਤੁਸੀਂ ਆ ਮੇਨ ਦੋ ਯਾਦ ਰੱਖਿਓ, ਟੈਬਰਨੀਅਰ ਹੀਰਾ, ਥੈਵੇਨੌਟ ਨੀਲ ਤੇ ਬਰਨੀਅਰ ਆਮ ਕਿਸਾਨਾਂ ਦੀ, ਉਦਯੋਗਾਂ ਦੀ, ਭਾਰਤ ਦੇ ਪ੍ਰਮੁੱਖ ਨਿਰਮਾਤਾਵਾਂ ਦਾ ਜ਼ਿਕਰ ਕੀਤਾ ਜੀ। ਠੀਕ ਹੈ। ਅਗਲਾ ਪ੍ਰਸ਼ਨ, ਕੰਸੀਡਰ ਦਾ ਫੋਲੋਇੰਗ ਇਵੈਂਟਸ, ਕੁਛ ਘਟਨਾਵਾਂ ਦਿੱਤੀਆਂ ਜੀ।
द फर्स्ट डेमोक्रेटिकली इलैक्टेड कम्युनिस्ट पार्टी गवर्नमेंट फॉर्म्ड इन स्टेट इन इंडिया। दसो जी, ये तुहानू पता होएगा। कम्युनिस्ट पार्टी देखो, आज़ादी तो बाद पूरे भारत विच लगभग किहड़ी पार्टी डोमीनेट रही? कांग्रेस पार्टी। ते कांग्रेस का मेन एक ओपोजिशन कह लो तो कम्युनिस्ट पार्टी सी। ते कम्युनिस्ट पार्टी ने 1957 विच केरला विच सरकार बनाई सी। तो ये पूरे वर्ल्ड में पहली बार लोकतंत्र मतलब डेमोक्रेटिकली इलैक्टेड कम्युनिस्ट पार्टी ने कोई सरकार बनाई सी जी। वो सी जी केरला विच 1957 की गल हो गई। चलो जी लिख लो। इंडिया दैन लार्जेस्ट बैंक केड़ी बैंक सी? इंपीरियल बैंक ऑफ इंडिया। ਉਹਦਾ ਨੈਸ਼ਨਲਾਈਜ਼ ਕਰ ਦਿੱਤਾ ਗਿਆ ਤੇ ਰੀਨੇਮ ਕਰ ਦਿੱਤਾ ਗਿਆ ਉਹਨੂੰ ਸਟੇਟ ਬੈਂਕ ਆਫ ਇੰਡੀਆ। ਇਹ ਗੱਲ ਹੈ ਜੀ 1955 ਦੀ। ਇਹ ਗੱਲ ਬਾਰ-ਬਾਰ ਆ ਰਹੀ ਹੈ 55 ਦੀ। 에ਅਰ ਇੰਡੀਆ ਵਾਸ ਨੈਸ਼ਨਲਾਈਜ਼ਡ ਐਂਡ ਬਿਕੇਮ ਦਾ ਨੈਸ਼ਨਲ ਕੈਰੀਅਰ। ਇਹ ਗੱਲ ਸਾਨੂੰ ਪਤਾ ਨਹੀਂ। ਗੋਆ ਬਿਕੇਮ ਏ ਪਾਰਟ ਆਫ ਇੰਡੀਪੈਂਡੈਂਟ ਇੰਡੀਆ। ਇਹ ਥੋੜਾ ਬਾਅਦ ਦੀ ਗੱਲ ਆ 55-57 ਤੋਂ। ਹੁਣ ਸਾਨੂੰ ਬਹੁਤਾ ਨਹੀਂ ਪਤਾ, ਇੰਨਾ ਪਤਾ ਕਿ ਦੂਜੀ ਤੋਂ ਬਾਅਦ ਪਹਿਲਾ, ਪਹਿਲੇ ਤੋਂ ਬਾਅਦ ਚੌਥਾ, ਦੂਜਾ ਪਹਿਲਾ ਚੌਥਾ ਦੇਖੋ, ਦੂਜਾ ਪਹਿਲਾ ਚੌਥਾ, ਦੂਜਾ ਪਹਿਲਾ ਚੌਥਾ ਇੱਥੇ ਆ, ਦੂਜਾ ਪਹਿਲਾ ਚੌਥਾ ਇੱਥੇ ਨਹੀਂ ਆ, ਦੂਜਾ ਪਹਿਲਾ ਚੌਥਾ ਇੱਥੇ ਨਹੀਂ ਆ। ਆ B ਆਂਸਰ ਹੋਣਾ ਚਾਹੀਦਾ ਜੀ, B ਆਂਸਰ ਹੋਣਾ ਚਾਹੀਦਾ। ਦੇਖ ਲਓ ਜੀ 1953 ਵਿੱਚ 에ਅਰ ਇੰਡੀਆ ਦਾ ਰਾਸ਼ਟਰੀਕਰਨ ਕੀਤਾ ਗਿਆ। ਠੀਕ ਹੈ ਜੀ। SBI ਦਾ 1955 ਵਿੱਚ SBI ਐਕਟ 1955 ਦੇ ਤਹਿਤ ਰਾਸ਼ਟਰੀਕਰਨ ਕੀਤਾ ਗਿਆ। ਠੀਕ ਹੈ। ਇੰਪੀਰੀਅਲ ਬੈਂਕ ਤੋਂ ਸਟੇਟ ਬੈਂਕ ਆਫ ਇੰਡੀਆ ਬਣਾਤੀ। 1957 ਵਿੱਚ ਕਮਿਊਨਿਸਟ ਪਾਰਟੀ ਨੇ ਕੇਰਲ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਤੇ ਉੱਥੇ ਸਰਕਾਰ ਬਣਾਈ। ਸੰਸਾਰ ਵਿੱਚ ਪਹਿਲੀ ਵਾਰ ਇੱਕ ਕਮਿਊਨਿਸਟ ਪਾਰਟੀ ਦੀ ਸਰਕਾਰ ਲੋਕਤੰਤਰੀ ਚੋਣਾਂ ਰਾਹੀਂ ਸੱਤਾ ਵਿੱਚ ਆਈ ਸੀ। ਦੇਖੋ ਹੋਰ ਦੇਸ਼ਾਂ ਵਿੱਚ ਕਮਿਊਨਿਸਟਾਂ ਦੀ ਪਾਵਰ ਆਈ ਪਰ ਉਹ ਇਲੈਕਸ਼ਨ ਦੇ ਥਰੂ ਨਹੀਂ ਆਈ ਸੀ, ਉਹ ਕ੍ਰਾਂਤੀਆਂ ਦੇ ਥਰੂ ਆਈ ਸੀ, ਕੁਛ ਆਪਣੀ ਮੂਵਮੈਂਟਾਂ ਦੇ ਥਰੂ ਆਈ ਸੀ। ਤੇ ਗੋਆ 1961 ਵਿੱਚ ਆਜ਼ਾਦ ਭਾਰਤ ਦਾ ਹਿੱਸਾ ਬਣਿਆ। ਇਹ ਪੁਆਇੰਟ ਵੀ ਇੰਪੋਰਟੈਂਟ ਆ 1961 ਵਿੱਚ। ਠੀਕ ਹੈ, ਪੜ੍ਹ ਲੈਣਾ ਜੀ, ਇਦਾਂ ਦੀ ਸੀਕੁਐਂਸਾਂ ਆ ਰਹੀਆਂ ਬਾਰ-ਬਾਰ। With reference to land reforms in independent India, which one of the following statements is correct? Land reforms ਦੀ ਗੱਲ ਹੋ ਰਹੀ ਹੈ ਜੀ ਆਜ਼ਾਦ ਭਾਰਤ ਵਿੱਚ। Land reforms ਤੁਹਾਡੇ ਮੇਨਸ ਦਾ ਟੌਪਿਕ ਵੀ ਆ, ਪੜ੍ਹਦੇ ਆ ਜੀ। The sealing laws were aimed at family holdings and not individual holdings। ਹੁਣ ਜਿਹਨੇ ਵੀ ਥੋੜਾ ਪੜ੍ਹਿਆ ਉਹਨੂੰ ਪਤਾ ਕਿ ਇਹਦੇ ਤਹਿਤ ਕੀ ਸੀਗਾ ਕਿ ਤੁਸੀਂ ਇੱਕ ਲਿਮਟ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ। ਤਾਂ ਲੋਕਾਂ ਨੇ ਕੀ ਕੀਤਾ, ਆਪਣੀ ਜ਼ਮੀਨ ਆਪਣੇ ਹੀ ਪਰਿਵਾਰ ਵਿੱਚ ਖੁਰਦ-ਬੁਰਦ ਕਰਤੀ ਸੀ, ਆਪਣੇ ਹੀ ਘਰ ਵਾਲੀ ਦੇ ਹਨਾ ਤੇ ਹੋਰ ਪਰਿਵਾਰ ਦੇ ਸਦੱਸਿਆਂ ਦੇ ਨਾਂ ਕਰਾਤੀ, ਬੇਨਾਮੀ ਟ੍ਰਾਂਸੈਕਸ਼ਨ ਕਰਾਤੀਆਂ। ਇਹਦਾ ਮਤਲਬ ਇਹ ਇੰਡੀਵਿਜੂਅਲ ਤੇ ਫੋਕਸ ਸੀਗੀ, ਤਾਂ ਹੀ ਤਾਂ ਉਹਨਾਂ ਨੇ ਆਪਣੇ ਪਰਿਵਾਰ ਵਿੱਚ ਦੇ ਨਾਂ ਕਰਾਤੀ। ਜੇ ਪਰਿਵਾਰ ਦੇ ਨਾਂ ਤੇ ਹੁੰਦੀ ਤਾਂ ਫਿਰ ਥੋੜੀ ਪਰਿਵਾਰ ਦੇ ਨਾਂ ਤੇ ਕਰਾ ਸਕਦੇ ਸੀਗੇ। ਜੇ ਇਹ ਲਾਅ ਪਰਿਵਾਰ ਫੈਮਿਲੀ ਹੋਲਡਿੰਗ ਦੇ ਉੱਤੇ ਫੋਕਸ ਹੁੰਦਾ ਤਾਂ ਫਿਰ ਅਸੀਂ ਆਪਣੇ ਪਰਿਵਾਰ ਵਿੱਚ ਥੋੜੀ ਖੁਰਦ-ਬੁਰਦ ਕਰਵਾ ਸਕਦੇ ਸੀਗੇ, ਜੋ ਅਸੀਂ ਪੜ੍ਹਿਆ ਹਿਸਟਰੀ ਹਨਾ ਕਿਤਾਬਾਂ ਵਿੱਚ। ਇਹਦਾ ਮਤਲਬ ਇਹ ਫੈਮਿਲੀ ਹੋਲਡਿੰਗ ਦੇ ਉੱਤੇ ਨਹੀਂ ਫੋਕਸ ਸੀ, ਇਹ ਸੀ ਇੰਡੀਵਿਜੂਅਲ ਹੋਲਡਿੰਗ, ਵੀ ਇੱਕ ਬੰਦਾ ਇੰਨੀ ਜ਼ਮੀਨ ਤੋਂ ਜ਼ਿਆਦਾ ਨਹੀਂ ਰੱਖ ਸਕਦਾ। ਇੱਕ ਪੁਆਇੰਟ ਗਲਤ ਹੋ ਗਿਆ। The major aim of land reforms was providing agricultural land to all the landless। ਇਹ ਗੱਲ ਸੀ ਜੀ ਵੀ ਲੈਂਡ ਰਿਫਾਰਮ ਕਰੋ, ਭੂਮੀ ਸੁਧਾਰ ਕਰੋ ਤਾਂ ਜਿਹੜੇ ਲੈਂਡਲੈਸ ਆ ਨਾ, ਜਿਨ੍ਹਾਂ ਕੋਲ ਜ਼ਮੀਨ ਨਹੀਂ ਆ ਉਹਨਾਂ ਨੂੰ ਜ਼ਮੀਨ ਦਿੱਤੀ ਜਾਵੇ। ਪਰ ਇੱਥੇ ਇੱਕ ਸ਼ਬਦ ਆ all, ਕਿ ਸਾਰੇ ਲੈਂਡਲੈਸ, ਇਹ ਥੋੜਾ ਕਨਫਿਊਜ਼ਿੰਗ ਆ, ਇਹਨੂੰ ਹਲ ਛੱਡ ਦਿਓ। It resulted in cultivation of cash crops as a predominant form of cultivation। cash crops ਉਹ crops ਜਿਨ੍ਹਾਂ ਨੂੰ ਵੇਚ ਕੇ ਤੁਹਾਨੂੰ ਕੈਸ਼ ਮਿਲਦਾ, ਮਤਲਬ ਵੇਚਣ ਵਾਲੀਆਂ ਕ੍ਰੌਪਸ ਦੀ ਉਹ ਵਧਾਵਾ ਹੋ ਗਿਆ, ਕੈਸ਼ ਕ੍ਰੌਪਸ ਜ਼ਿਆਦਾ ਹੋਣ ਲੱਗ ਪਈਆਂ। ਇਹ ਕੋਈ ਗੱਲ ਨਹੀਂ ਜੀ, ਇਹ ਕੋਈ ਪਤਾ ਨਹੀਂ, ਇਹ ਲੈਂਡ ਸੀਲਿੰਗ ਨਾਲ ਇਹਦੇ ਨਾਲ ਕੋਈ ਸੰਬੰਧ ਨਹੀਂ ਇੰਨਾ। ਠੀਕ ਹੈ, ਇਹ ਜਿਹੜਾ ਕੈਸ਼ ਕ੍ਰੌਪ ਹੁੰਦਾ ਇਹ MSP ਵਗੈਰਾ ਹੋਰ ਚੀਜ਼ਾਂ ਤੇ ਡਿਪੈਂਡ ਆ, ਇਹ ਵੀ ਆਨਸਰ ਨਹੀਂ ਆ। ਲੈਂਡ ਰਿਫਾਰਮਸ ਪਰਮਿਟਡ ਨੋ ਐਗਜ਼ੈਂਪਸ਼ਨ ਟੂ ਦਾ ਸੀਲਿੰਗ ਲਿਮਿਟ। ਉਹਨਾਂ ਨੇ ਕਿਹਾ ਕਿ ਸੀਲਿੰਗ ਜਿਹੜੀ ਆਪਾਂ ਲਾਈ ਆ ਉਹਨੂੰ, ਉਹਦੇ ਲਈ ਕੋਈ ਐਗਜ਼ੈਂਪਸ਼ਨ ਨਹੀਂ। ਇਹ ਵੀ ਐਕਸਟ੍ਰੀਮ ਸਟੇਟਮੈਂਟ ਹੋ ਗਈ। ਇਹਨਾਂ ਨੇ ਐਗਜ਼ੈਂਪਸ਼ਨ ਦਿੱਤੀਆਂ ਸੀਗੀਆਂ ਵੀ ਆਹ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਤੁਸੀਂ ਜ਼ਿਆਦਾ ਜ਼ਮੀਨਾਂ ਵੀ ਰੱਖ ਸਕਦੇ ਆ, ਲੈਂਡ ਸੀਲਿੰਗ ਵਾਲਾ ਰੂਲ ਨਹੀਂ ਲਾਗੂ ਹੋਵੇਗਾ। ਫੋਰ ਐਗਜ਼ਾਮਪਲ ਜਿੱਥੇ ਬਾਗ ਬੂਗ ਲੱਗੇ ਆ, ਔਰਕਿਡ ਲੱਗੇ ਆ, ਉਹਦਾ ਮਤਲਬ ਉੱਥੇ ਇਹ ਰੂਲ ਨਹੀਂ ਲੱਗਦਾ।
ठीक है। ਤੇ ਆਪਾਂ ਮਤਲਬ ਐਗਜ਼ੈਂਪਸ਼ਨਸ ਛੋਟ ਸੀਗੀਆਂ, ਇਹ ਵੀ ਗਲਤ ਹੋ ਗਿਆ ਜੀ। ਤੇ ਆਨਸਰ ਕੀ ਹੈ? ਆ ਬੀ ਬਣਦਾ ਜੀ, ਬੀ ਆਨਸਰ ਬਣਦਾ। ਪੜ੍ਹ ਲੈਂਦੇ ਹਾਂ। ਜ਼ਿਆਦਾਤਰ ਰਾਜਾਂ ਵਿੱਚ ਸ਼ੁਰੂ ਵਿੱਚ ਸੀਲਿੰਗ ਵਿਅਕਤੀਗਤ ਤੌਰ ਤੇ ਲਗਾਈ ਗਈ ਸੀ, ਨਾ ਕਿ ਪਰਿਵਾਰਿਕ ਹੋਲਡਿੰਗ ਉੱਤੇ, ਜਿਸ ਨਾਲ ਜ਼ਮੀਨ ਮਾਲਕਾਂ ਨੂੰ ਸਿਰਫ ਸੀਲਿੰਗ ਤੋਂ ਬਚਣ ਲਈ ਰਿਸ਼ਤੇਦਾਰਾਂ ਦੇ ਨਾਮ ਤੇ ਕਲਪਨਾਤਮਕ ਤੌਰ ਤੇ ਵੰਡਣ ਦੇ ਯੋਗ ਬਣਾਇਆ ਗਿਆ ਸੀ। ਠੀਕ ਹੈ ਨਾ, ਉਹਨਾਂ ਨੇ ਆਪਣੇ ਹੀ ਪਰਿਵਾਰਾਂ ਵਿੱਚ ਜ਼ਮੀਨ ਖੁਰਦ-ਬੁਰਦ ਕਰਤੀ ਸੀ ਤਾਂ ਇਹ ਸ਼ੋਅ ਕੀਤਾ ਕਿ ਨਹੀਂ, ਵਾਧੂ ਜ਼ਮੀਨ ਹੈ ਹੀ ਨਹੀਂ। ਦੂਸਰੀ ਯੋਜਨਾ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਆਦਾਤਰ ਰਾਜਾਂ ਦੁਆਰਾ ਸੀਲਿੰਗ ਦੀਆਂ ਸੇਵਾਵਾਂ ਵਿੱਚ ਵੱਡੀ ਗਿਣਤੀ ਵਿੱਚ ਛੋਟਾਂ ਦੀ ਇਜਾਜ਼ਤ ਦਿੱਤੀ ਗਈ ਸੀ। ਛੋਟਾਂ ਸੀ ਜੀ, ਐਗਜ਼ੈਂਪਸ਼ਨ ਸੀਗੀਆਂ ਕਿ ਜ਼ਮੀਨ ਦੀਆਂ ਕੁਝ ਸ਼੍ਰੇਣੀਆਂ ਨੂੰ ਸੀਲਿੰਗ ਤੋਂ ਛੋੜ ਦਿੱਤੀ ਜਾ ਸਕਦੀ ਹੈ, ਜਿਵੇਂ ਜਿਸ ਜ਼ਮੀਨ ਤੇ ਚਾਹ, ਕੌਫੀ, ਰਬੜ ਦੇ ਬਾਗ, ਬਗੀਚੇ, ਵਿਸ਼ੇਸ਼ ਫਾਰਮ ਆਦਿ ਸਨ, ਉੱਥੇ ਸੀਲਿੰਗ ਵਾਲਾ ਰੂਲ ਨਹੀਂ ਲੱਗਦਾ ਸੀ। ਭਾਰਤ ਵਿੱਚ ਨਕਦੀ ਫਸਲਾਂ ਦੀ ਕਾਸ਼ਤ ਪ੍ਰਮੁੱਖ ਹੋਣ ਲਈ ਭੂਮੀ ਸੁਧਾਰ ਜ਼ਿੰਮੇਵਾਰ ਨਹੀਂ ਹੈ। ਮੈਂ ਦੱਸਿਆ ਨਾ ਕਿ ਹੋਰ ਚੀਜ਼ਾਂ ਤੇ ਡਿਪੈਂਡ ਕਰਦੀ ਆ ਕੈਸ਼ ਕ੍ਰੌਪ ਦੀ ਕਲਟੀਵੇਸ਼ਨ, ਜਿਸ ਤਰ੍ਹਾਂ ਵੀ MSP ਕਿੰਨੀ ਆ, ਸਰਕਾਰ ਦੀਆਂ ਪਾਲਿਸੀਆਂ ਕਿੰਨੀ ਫੇਵਰਸ ਕਰਦੀਆਂ। ਹੁਣ ਜਿਸ ਤਰ੍ਹਾਂ MSP ਵਗੈਰਾ ਫਿਕਸ ਆ, ਚੰਗੀ ਆ ਕਣਕ ਤੇ ਝੋਨੇ ਲਈ, ਤੇ ਪੰਜਾਬ ਵਿੱਚ ਕਣਕ ਤੇ ਝੋਲਾ ਹੋਣ ਲੱਗ ਗਿਆ ਜੀ। ਇਹ ਗੱਲਾਂ ਹੁੰਦੀਆਂ। ਇਸ ਤੋਂ ਇਲਾਵਾ ਖੇਤੀ ਅਧੀਨ ਭਾਰਤ ਦਾ ਜ਼ਿਆਦਾਤਰ ਖੇਤਰ ਅਨਾਜ ਅਧੀਨ ਹੈ। ਠੀਕ ਹੈ ਜੀ, ਕਹਿਣ ਦਾ ਮਤਲਬ ਬੀ ਆਂਸਰ ਹੈ ਜੀ। ਅੱਗੇ ਦੇਖੋ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਚਾਰਟਰ ਐਕਟ ਆਫ 1813। 1813 ਵਾਲੇ ਚਾਰਟਰ ਐਕਟ ਦੀ ਗੱਲ ਹੋ ਰਹੀ ਆ। It ended the trade monopoly of the East India Company in India except for trade in tea and trade with China। ਇਹ ਗੱਲ ਅਸੀਂ ਵਾਰ-ਵਾਰ ਪੜ੍ਹਦੇ ਹਾਂ, ਇਹ ਗੱਲ ਹੈ ਜੀ। 1813 ਵਾਲੇ ਐਕਟ ਦੇ ਅੰਤਰਗਤ ਕੰਪਨੀ ਦੀ ਟ੍ਰੇਡ ਮੋਨੋਪੋਲੀ ਖਤਮ ਕਰ ਦਿੱਤੀ ਗਈ, ਪਰ ਟੀ, ਚਾਹ, ਕੌਫੀ, ਓਪੀਅਮ ਤੇ ਟ੍ਰੇਡ ਵਿਦ ਚਾਈਨਾ ਨੂੰ ਛੱਡ ਕੇ। ਆਹ ਪੁਆਇੰਟ ਸਹੀ ਆ। It asserted the sovereignty of the British Crown over the Indian territories held by the company। ਵੀ ਇਹ ਕੰਪਨੀ, ਤੂੰ ਇੱਥੇ ਇੰਡੀਆ ਦੀ ਜ਼ਮੀਨ ਨੂੰ ਕਬਜ਼ਾ ਕੀਤਾ ਆ, ਠੀਕ ਆ, ਪਰ ਤੇਰੇ ਉੱਤੇ ਸੋਵਰਨਟੀ ਕਿਹਦੀ ਆ? ਸਾਡੀ। ਇਹ ਗੱਲ ਹੈ, ਇਹ ਵੀ ਗੱਲ ਹੈ ਵੀ ਅਲਟੀਮੇਟ ਸੋਵਰਨਟੀ, ਅਲਟੀਮੇਟ ਪ੍ਰਭੂ ਸੱਤਾ ਕਿਹਦੀ ਹੁੰਦੀ ਸੀ? ਬ੍ਰਿਟਿਸ਼ ਦੀ। ਉਹਨੇ ਇਹ ਗੱਲ ਅਸਰਟ ਕੀਤੀ। ਸਹੀ ਹੈ ਜੀ। ਜੇ ਨਹੀਂ ਵੀ ਪਤਾ ਤਾਂ ਛੱਡ ਦਿਓ ਕੁਛ ਟਾਈਮ ਲਈ। ਪਹਿਲਾ ਸਹੀ ਆ, ਦੂਜਾ ਪਤਾ ਨਹੀਂ। ਆਪਾਂ ਕਰੈਕਟ ਸਟੇਟਮੈਂਟ ਚੱਕਣੀ ਆ ਜੀ। ਪਹਿਲਾ ਸਹੀ ਆ, ਦੂਜਾ ਪਤਾ ਨਹੀਂ। ਆ ਚੱਕੋ ਪਹਿਲਾ। ਅੱਛਾ ਜੀ, ਦ ਰੈਵਨਿਊਜ਼ ਆਫ ਇੰਡੀਆ were now controlled by the British Parliament। ਭਾਰਤ ਦੇ ਰੈਵਨਿਊ ਨੂੰ ਬ੍ਰਿਟਿਸ਼ ਪਾਰਲੀਮੈਂਟ ਕੰਟਰੋਲ ਕਰਦਾ ਸੀ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। ਸੋਵਰਨਟੀ ਉਹਨਾਂ ਨੇ ਅਸਰਟ ਕੀਤੀ ਤੇ ਕੰਪਨੀ ਦਾ ਚਾਰਟਰ ਹੋਰ ਵਧਾਤਾ, ਪਰ ਕੋਈ ਰੈਵਨਿਊ ਨੂੰ ਕੰਟਰੋਲ ਕਰਨ ਵਾਲੀ ਗੱਲ ਨਹੀਂ ਸੀ ਜੀ ਬ੍ਰਿਟਿਸ਼ ਪਾਰਲੀਮੈਂਟ ਦੁਆਰਾ। ਤੀਜਾ ਪੁਆਇੰਟ ਗਲਤ ਹੋ ਗਿਆ, ਚੱਕ ਦੋ। ਠੀਕ, ਤੇ ਆਨਸਰ ਹੈ ਜੀ 1 and 2। ਇਹ ਆਨਸਰ ਹੈ ਜੀ। ਭਾਰਤ ਵਿੱਚ ਵਪਾਰ ਉੱਤੇ ਕੰਪਨੀ ਦਾ ਏਕਾਧਿਕਾਰ ਖਤਮ ਹੋ ਗਿਆ, ਪਰ ਕੰਪਨੀ ਨੇ ਚੀਨ ਨਾਲ ਵਪਾਰ ਅਤੇ ਚਾਹ ਦੇ ਵਪਾਰ ਨੂੰ ਬਰਕਰਾਰ ਰੱਖਿਆ। ਕੰਪਨੀ ਨੇ ਤਾਜ ਦੀ ਪ੍ਰਭੂਸੱਤਾ ਪ੍ਰਤੀ ਪੱਖਪਾਤ ਕੀਤੇ ਬਿਨਾਂ 20 ਸਾਲਾਂ ਲਈ ਖੇਤਰਾਂ ਅਤੇ ਮਾਲੀਏ ਦਾ ਕਬਜ਼ਾ ਬਰਕਰਾਰ ਰੱਖਣਾ ਸੀ। ਕਹਿਣ ਦਾ ਭਾਵ ਉਹਦਾ ਚਾਰਟਰ ਹੋਰ ਅਗਲੇ 20 ਸਾਲਾਂ ਲਈ ਵੱਧ ਗਿਆ। ਚਾਰਟਰ ਹੁੰਦਾ ਜੀ ਅਧਿਕਾਰ, ਰਾਜ ਕਰਨ ਦਾ ਅਧਿਕਾਰ। ਕੰਸੀਡਰ ਦਾ ਫੋਲੋਇੰਗ ਪੇਅਰ ਦੱਸਿਆ ਜੀ। ਆਲ ਇੰਡੀਆ ਐਂਟੀ ਅਨਟੱਚੇਬਿਲਟੀ ਲੀਗ ਮਹਾਤਮਾ ਗਾਂਧੀ ਨੇ ਬਣਾਈ ਸੀ। ਸਹੀ ਹੈ ਜੀ। ਆਲ ਇੰਡੀਆ ਐਂਟੀ ਅਨਟੱਚੇਬਿਲਟੀ ਲੀਗ ਮਹਾਤਮਾ ਗਾਂਧੀ ਨੇ ਬਣਾਈ ਸੀ। ਆਲ ਇੰਡੀਆ ਕਿਸਾਨ ਸਭਾ ਸਵਾਮੀ ਸਹਿਜਾਨੰਦ ਸਰਸਵਤੀ, ਇਹ ਬਹੁਤ ਵੱਡੇ ਕਿਸਾਨ ਲੀਡਰ ਸੀ। ਇਹ ਵੀ ਗੱਲ ਸਹੀ ਹੈ ਜੀ। ਸੈਲਫ ਰਿਸਪੈਕਟ ਮੂਵਮੈਂਟ EV ਰਾਮਾਸਵਾਮੀ ਨਾਇਕਰ। ਠੀਕ ਹੈ ਜੀ, ਕਰੈਕਟ ਕੌਣ ਆ ਜੀ? ਤਿੰਨੇ ਸਹੀ ਹੈ ਜੀ। ਵਾਈਲ ਇਨ ਜੇਲ, ਜਦੋਂ ਗਾਂਧੀ ਜੀ ਜੇਲ੍ਹ ਵਿੱਚ ਸੀ ਤਾਂ ਉਹਨਾਂ ਨੇ ਗਾਂਧੀ ਜੀ ਸੈਟ ਅਪ ਆਲ ਇੰਡੀਆ ਐਂਟੀ ਅਨਟੱਚੇਬਿਲਟੀ ਲੀਗ ਇਨ ਸੈਪਟੈਂਬਰ 1932। 1932 ਵਿੱਚ ਆਲ ਇੰਡੀਆ ਐਂਟੀ ਅਨਟੱਚੇਬਿਲਟੀ ਲੀਗ ਸਥਾਪਿਤ ਕੀਤੀ ਗਾਂਧੀ ਜੀ ਨੇ। ਗਾਂਧੀ ਜੀ ਨੇ ਜੇਲ੍ਹ ਵਿੱਚ ਰਹਿੰਦੇ ਹੋਏ 1932 ਵਿੱਚ ਆਲ ਇੰਡੀਆ ਐਂਟੀ ਅਨਟੱਚੇਬਿਲਟੀ ਲੀਗ ਦੀ ਸਥਾਪਨਾ ਕੀਤੀ ਸੀ। ਸਹੀ ਹੈ ਜੀ, ਹੈ ਨਾ। ਇਹ ਯਾਦ ਰੱਖਿਓ, ਤੁਹਾਨੂੰ ਸਬਜੈਕਟਿਵ ਪ੍ਰਸ਼ਨ ਵੀ ਆਉਣਾ ਆ ਕਿ ਗਾਂਧੀ ਜੀ ਨੇ ਪਿਛੜੇ ਵਰਗਾਂ ਦੇ ਉਥਾਨ ਲਈ ਕੀ ਕੀਤਾ। ਇਸ ਤਰ੍ਹਾਂ ਦਾ ਪ੍ਰਸ਼ਨ ਵੀ ਆਉਂਦਾ ਆ। ਤੁਹਾਨੂੰ ਆਹ ਫੈਕਟ ਪਤਾ ਹੋਣੇ ਚਾਹੀਦੇ ਆ। ਆਲ ਇੰਡੀਆ ਕਿਸਾਨ ਕਾਂਗਰਸ ਜਾਂ ਸਭਾ, ਦਿਸ ਸਭਾ ਵਾਸ ਫਾਊਂਡਡ ਇਨ ਲਖਨਊ, ਯੂਪੀ ਵਿੱਚ। ਕਦੋਂ? 1936 ਵਿੱਚ। ਕਿਹਦੇ ਦੁਆਰਾ? ਸਵਾਮੀ ਸਹਿਜਾਨੰਦ ਸਰਸਵਤੀ ਦੁਆਰਾ। ਇਹ ਇਹਦੇ ਪ੍ਰੈਜ਼ੀਡੈਂਟ ਸੀ। ਐਂਡ NG ਰੰਗਾ ਐਜ਼ ਦਾ ਜਨਰਲ ਸੈਕਟਰੀ। ਇਹ ਪੁਆਇੰਟ ਵੀ ਇੰਪੋਰਟੈਂਟ ਆ। ਇਹ ਪ੍ਰਸ਼ਨ ਆ ਜਾਣਾ ਕਿ NG ਰੰਗਾ ਐਸੋਸੀਏਟਡ ਵਿਦ
किसानी मूवमेंट, यस ही वाज आल्सो एसोसिएटेड विद किसानी मूवमेंट। एनजी रंगा किसानी मूवमेंट नाल संबंधित सन। ड्यूरिंग द 1920s इन साउथ इंडिया, 1920 के करीब की गल हो रही है जी दक्षिण भारत की, द नॉन ब्राह्मण्स ऑर्गेनाइज द सैल्फ रिस्पैक्ट मूवमेंट। सैल्फ रिस्पैक्ट आत्म सम्मान दी मूवमेंट, जिहदे लीडर कौन सी? A.V. रामास्वामी नाइकर। ठीक है जी। सैल्फ रिस्पैक्ट मूवमेंट, ये भी जात पात समाजिक भेदभाव के खिलाफ मूवमेंट सी जी। ये तुसीं पढ़ लेना, समझ लेना। अज लिए इन्ना ही, शुक्रिया जी, सत श्री अकाल।